ਅੱਜ ਆਪਾਂ ਪੰਜ ਜਿਹੜੀਆਂ ਆਪਾਂ ਪੌੜੀਆਂ ਲਈਆਂ ਸੀਗੀਆਂ ਪੰਜਵੀਂ ਪਾਤਸ਼ਾਹੀ ਦੀ ਜਿਹੜੀ ਵਾਰ ਰਾਮਕਲੀ ਰਾਗ ਦੇ ਵਿੱਚ, ਉਸ ਤੋਂ 6ਵੀਂ ਪੌੜੀ ਉੱਥੋਂ ਸ਼ੁਰੂ ਕਰਾਂਗੇ ਗਿਆਨ। 959 ਸ਼ਲੋਕ ਮਹਲਾ ਪੰਜਵਾਂ। ਹਰਨਾਖੀ ਕੂ ਸਚ ਵੈਣ ਸੁਣਾਈ, ਜੋ ਤੋ ਕਰੇ ਉਦਾਹਰਣ। अंग 959 श्लोक महला पंजवा। हरनाखी को सच वैण सुनाई, जो तो करे उदाहरण। सुंदर बचन तुम सुनो छबीली, फिर तैंडा मन साधारण। ये हरनाखी का की मतलब है? हरण वालियां अखां, जिवें हिरन दियां अखां होंदियां, हिरनी दियां अखां होंदियां। ये फिजिकल गल नहीं हो रही। ये जिहड़ा हैगा, जिहड़ा भी इंसान दे जामे दे विच हैगा, जिन्हों भी इंसान दी आ बारी मिली हुई आ, वो पाई ये बारी जिहड़ी हैगी आ, ये हरनाखी हैगी आ। हरनाखी ये बारी ਇੰਨੀ ਸੋਹਣੀ ਬਾਰੀ ਮਿਲੀ ਹੋਈ ਆ ਆਪਾਂ ਨੂੰ। ਤੇ ਆ ਪੰਜਵੀਂ ਪਾਤਸ਼ਾਹੀ ਜਿਹੜੀ ਹੈਗੀ, ਆਪਣੇ ਗੁਰੂ ਜਿਹੜੇ ਹੈਗੇ, ਬ੍ਰਹਮ ਗਿਆਨੀ ਜਿਹੜੇ ਹੈਗੇ, ਉਹ ਆਪਾਂ ਨੂੰ ਸੱਚ ਵੈਣ ਸੁਣਾ ਰਹੇ। ਹਰਨਾਖੀ ਕੋ ਆਪਾਂ ਸਾਰੀਆਂ ਹਰਨਾਖੀਆਂ ਹੈਗੀਆਂ। ਹਰਨਾਖੀ ਕੋ ਸੱਚ ਵੈਣ ਸੁਣਾਈ, ਜੋ ਤੋ ਕਰੇ ਉਦਾਹਰਣ। ਕਹਿੰਦੇ जो तेरा उद्धार कर देगा संसार समुंदर दे विच, नहीं तो डुब जाएगा, नहीं तो डुब जाएंगी। हे हिरन वालियां अखां वाली सोहणिए इस्त्री है, सुनिए, डुब जाएंगी भाई। सच वैण सुन ला बई किस तरीके दे नाल जिहड़ा हैगा तरना है, निकलना है बाहर, संसार समुंदर तो तर के जाना है। हाले जवानी है, हाले तेरे को चांस हैगा, समा हैगा, उम्र हैगी है। हरनाखी को सच वैण सुनाई, जो तो करे उदाहरण। जो तेरा जिहड़ा हैगा संसार समुंदर तो उधार कर देगी जे वैण तू सुन लेंगी। सुंदर बचन तुम सुनो छबीली, फिर तैंडा मन साधारण। और सारियां जीव इस्त्रियां, आप आत्मा मन जिहड़ा जीव बुढ़ा थोड़ी ना हुंदा, सारियां ही छबीलियां हैगियां। सुंदर बचन तुम सुनो छबीली, कहंदे सोहणे बचन सुन ला। हे 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 इंसान, हे जीव, फिर तैंडा मन साधारण। तेरा पति जिहड़ा हैगा, जिहड़ा तेरा पति हैगा, वो तेनू आसरा देने वाला है, तेरे मन नू आसरा देने वाला है, तेनू हमेशा वास्ते जिहड़ा हैगा तेनू खुशहाल करने वाला है, वो तेरा पति। सुंदर बचन तुम सुनो छबीली, फिर तैंडा मन साधारण। आपां तो सोचते ही नहीं भी आपां जिहड़े हैगे, वो आपां जिहड़े हैगे ये छबीली हैगे हैं, और मालक परमात्मा जिहड़ा हैगा वो अपना पति हैगा। आ जिहड़ा हैगा सुंदर बचन तो आपां लैंदे ही नहीं है। हरनाखी को सच वैण सुनाई, जो तो करे उदाहरण। जे सुंदर बचन आ वैण सच वैण ही नहीं लवांगे तो आपां तो फिर डुबे डुबाए तो हैगे हैं। क्यों डुबदे आपां? दुर्जन सेती नेह रचायो, 10 विखा मैं कारण। पर पुरुष, कहते पर पुरुष दे नाल ये जो माया, जो संसार, जो प्रकृति, जो स्वाद, आ पर पुरुष हैगा, उहदे विच स्वाद हैगे। कहते उहदे नाल तू प्यार पा लिया।
ਪਤੀ ਨੂੰ ਛੱਡਤਾ, ਫਿਰ ਤੈਂਡਾ ਮਨ ਸਾਧਾਰਨ, ਉਹਨੂੰ ਛੱਡ ਦਿੱਤਾ। ਤੇ ਆ ਦੁਰਜਨ ਸੇਤੀ ਨੇਹੁ ਰਚਾਇਓ। ਦੁਰਜਨ ਕਿਹੜਾ ਹੁੰਦਾ ਹੈ? ਭੈੜਾ ਜਨ। ਉਹਦੇ ਕੀ, ਉਹਨੇ ਜਿਹੜਾ ਹੈਗਾ, ਉਹਦੇ ਕੋਲ ਜਿਹੜਾ ਹੈਗਾ ਸੋਹਣਾ ਹੈਗਾ, ਔਰ ਜਿਹੜਾ ਹੈਗਾ ਉਹਦੇ ਕੋਲ ਸਵਾਦ ਹੈਗੇ ਆ। ਮੋਹ ਲੈਂਦਾ ਹੈ, ਮਾਇਆ ਮੋਹ ਲੈਂਦੀ ਹੈ ਆਪਾਂ ਨੂੰ। ਕਿਰਪਾਲ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਕਿਰਪਾਲ, ਦੇਖ ਲੈਣਾ, ਤੁਹਾਡਾ ਨਿਸ਼ਾਨ ਆ ਰਿਹਾ ਪੰਜੇ ਦਾ। ਦੁਰਜਨ ਸੇਤੀ ਨੇਹੁ ਰਚਾਇਓ, ਦਸ ਵਿਖਾ ਮੈਂ ਕਾਰਨ। ਕਹਿੰਦੇ ਇਹਦਾ ਮੈਨੂੰ ਕਾਰਨ ਦੱਸ, ਇਹਦਾ ਕੀ ਕਾਰਨ ਹੈਗਾ? ਤੂੰ ਜਿਹੜਾ ਤੇਰਾ ਪਤੀ ਜਿਹੜਾ ਹੈਗਾ ਉਹ ਤੈਨੂੰ ਜਿਹੜਾ ਹੈਗਾ ਸੰਸਾਰ ਸਮੁੰਦਰ ਚੋਂ ਕੱਢ ਲਊਗਾ, ਔਰ ਜਿਹੜਾ ਹੈਗਾ ਤੇਰਾ ਜੀਵਨ ਜਿਹੜਾ ਹੈਗਾ ਖੁਸ਼ਹਾਲ ਹੋ ਜਾਏਗਾ, ਔਰ ਹਮੇਸ਼ਾ ਵਾਸਤੇ ਜਿਹੜਾ ਹੈਗਾ ਤੂੰ ਅਬਨਾਸੀ ਅਮਰ ਹੋ ਜਾਏਗੀ ਮਾਲਕ ਪਰਮਾਤਮਾ ਦੇ ਨਾਲ। ਇੰਨਾ ਜਿਹੜਾ ਹੈਗਾ ਤੂੰ ਆਪਣਾ ਪਤੀ ਜਿਹੜਾ ਹੈਗਾ ਉਹਨੂੰ ਛੱਡ ਦਿੱਤਾ, ਤੂੰ ਉਹਨੂੰ ਛੱਡ ਕੇ ਪਰ ਪੁਰਸ਼ ਦੇ ਨਾਲ ਪਿਆਰ ਪਾ ਲਿਆ। ਦੇਖੋ, ਇਹੀ ਚੀਜ਼ ਆਪਾਂ ਸਾਰੇ ਆਪਣੇ ਤੇ ਲਾ ਦਈਏ, ਬਿਲਕੁਲ ਜਿਹੜੇ ਹੈਗੇ ਆਹੀ ਕੁਛ ਹੋ ਰਿਹਾ ਹੈ। ਔਰ ਉਹ ਦੁਰਜਨ ਹੈਗਾ, ਦੁਰਜਨ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਉਹਦੇ ਵਿੱਚ। ਦੁਰਜਨ ਸੇਤੀ ਨੇਹੁ ਰਚਾਇਓ, ਦਸ ਵਿਖਾ ਮੈਂ ਕਾਰਨ। ਮੈਨੂੰ ਕਾਰਨ ਦੇ, ਦਿਖਾ ਮੈਨੂੰ ਕੀ ਕਾਰਨ ਆ। ਲੈਟ ਮੀ ਨੋ ਦੀ ਰੀਜ਼ਨ। ਆ ਕਹਿ ਰਹੇ ਮਹਾਰਾਜ, ਆਪਾਂ ਕਾਰਨ ਦੱਸੀਏ ਹੁਣ। ਦੁਰਜਨ ਸੇਤੀ ਨੇਹੁ ਰਚਾਇਓ, ਦਸ ਵਿਖਾ ਮੈਂ ਕਾਰਨ। ਊਣੀ ਨਾਹੀ ਝੂਣੀ ਨਾਹੀ, ਨਾਹੀ ਕਿਸੇ ਵੀ ਹੋਣੀ। ਦੇਖ, ਤੇਰੇ ਵਿੱਚ ਤਾਂ ਕੋਈ ਕਮੀ ਨਹੀਂ ਆ। ਜਿਹੜੀਆਂ ਸੁਹਾਗਣਾ ਹੈਗੀਆਂ, ਜਿਨ੍ਹਾਂ ਨੇ ਪਤੀ ਨੂੰ ਪਾ ਲਿਆ ਆ, ਜਿਹੜਾ ਮਾਲਕ ਪਰਮਾਤਮਾ ਦਾ ਰਸ ਮਾਣ ਰਹੀਆਂ ਆ, ਜਿਹੜੇ ਸਾਰੇ ਸੁੱਖ ਹੈਗੇ ਉਹਨਾਂ ਦੇ ਕੋਲ, ਕਹਿੰਦੇ ਤੂੰ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦੇ ਕੋਲ, ਗਿਆਨ ਇੰਦਰੀਆਂ, ਕਰਮ ਇੰਦਰੀਆਂ, ਸੁਰਤ, ਮਤ, ਮਨ, ਬੁੱਧ, ਸਰੀਰ, ਸਾਰਾ ਕੁਛ ਤੇਰੇ ਕੋਲ ਵੀ ਹੈਗਾ। ਤੂੰ ਕੋਈ ਊਣੀ ਥੋੜੀ ਨਾ, ਤੈਨੂੰ ਕੋਈ ਕਮੀ ਥੋੜੀ ਨਾ ਕਿਸੇ ਚੀਜ਼ ਦੀ, ਵੀ ਤੂੰ ਜਿਹੜੇ ਆਹ ਚੀਜ਼ ਨਹੀਂ ਦਿੱਤੀ ਮੈਨੂੰ ਜੀ ਤੇ ਮੈਂ ਭਗਤੀ ਨਹੀਂ ਕਰ ਸਕਦਾ। ਦੱਸ ਤੈਨੂੰ ਕਿਹੜੀ ਚੀਜ਼ ਦੀ ਕਮੀ ਹੈ? ਕਿਹੜੀ ਚੀਜ਼ ਦੀ ਕਮੀ ਹੈਗੀ ਉਹਨਾਂ ਦੇ ਨਾਲੋਂ? ਉਹਨਾਂ ਨੇ ਕਿਵੇਂ ਪਾ ਲਿਆ? ਊਣੀ ਨਾਹੀ ਝੂਣੀ ਨਾਹੀ, ਔਰ ਉਦਾਸੀ ਵੀ ਨਹੀਂ ਹੈ। ਮਾਲਕ ਤੈਨੂੰ ਇਸ ਤਰ੍ਹਾਂ ਤਾਂ ਨਹੀਂ ਹੈ ਤੈਨੂੰ ਜਿਹੜਾ ਕੋਈ ਚੀਜ਼ ਦੀ ਕਮੀ ਰੱਖ ਰਿਹਾ ਹੋਏ ਕਿਸੇ ਪਾਸਿਓਂ, ਨਾ ਹੀ ਕਿਸੇ ਵੀ ਹੋਣੀ। ਔਰ ਕੋਈ ਜਿਹੜੀ ਹੈਗੀ ਆ ਕੋਈ ਚੀਜ਼ ਐਸੀ ਨਹੀਂ ਹੈ ਜਿਹੜੀ ਕਿ ਤੈਨੂੰ ਨਾ ਦਿੱਤੀ ਹੋਏ ਮਾਲਕ ਪਰਮਾਤਮਾ ਨੇ। ਕਿਸੇ ਤੋਂ ਘੱਟ ਥੋੜੀ ਨਾ ਹੈਗੀਆਂ ਤੂੰ। ਫਿਰ छैल छबीला ਛੱਡ ਗਵਾਇਆ। ਦੇਖੋ ਕੀ ਕਹਿ ਰਹੀ ਹੈ ਬਾਣੀ। ਫਿਰ छैल छबीला ਛੱਡ ਗਵਾਇਓ। ਜਿਹੜੀ ਔਰਤ ਹੁੰਦੀ ਹੈ, ਜਵਾਨ ਕੁੜੀ ਹੁੰਦੀ ਆ, ਉਹਨੂੰ ਕੀ ਚਾਹੀਦਾ ਹੈ? छैल छबीला ਪਤੀ ਚਾਹੀਦਾ ਹੈ। ਕਹਿੰਦੇ ਤੂੰ छैल छबीला ਤੇ ਛੱਡ ਕੇ ਗਵਾ ਦਿੱਤਾ। ਫਿਰ छैल छबीला ਛੱਡ ਗਵਾਇਓ, ਛੱਡ ਦਿੱਤਾ, ਨਹੀਂ ਚਾਹੀਦਾ ਮੈਨੂੰ। ਦੁਰਮਤ ਕਰਮੇ ਵਿਹੂਣੀ, ਭੈੜੀ ਮਤ ਤੇ ਕਰਮਾਂ ਤੋਂ ਸਖਣੀ। ਗੁਣ ਹੈ ਹੀ ਨਹੀਂ ਤੇਰੇ ਕੋਲ ਜਿਨ੍ਹਾਂ ਦੇ ਨਾਲ ਤੂੰ ਪਤੀ ਦਾ ਸਾਥ ਮਾਣ ਸਕਦੀ ਸੀ। ਕਰਮਾਂ ਤੋਂ ਸਖਣੀ ਆ, ਗੁਣਾਂ ਤੋਂ ਸਖਣੀ। ਕਰਮ ਵਿਹੂਣੀ ਮਤਲਬ ਗੁਣਾਂ ਤੋਂ ਸਖਣੀ। ਇਸੇ ਵਾਸਤੇ ਮਾਲਕ ਨੇ ਆਪਾਂ ਨੂੰ ਭੇਜਿਆ ਹੈ ਭਾਈ। ਆਹੀ ਤਾਂ ਖੇਡ ਹੈਗੀ ਆ। ਉਹ ਪਤੀ ਕਹਿੰਦਾ ਆ ਜਾ ਮੇਰੇ ਕੋਲ ਵਾਪਸ। ਉਹ ਤਾਂ ਹਰ ਟਾਈਮ ਕਹਿੰਦਾ ਹੈ ਆ ਜਾ ਵਾਪਸ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਤੂੰ ਜਿੰਨੀ ਦੇਰ ਤੱਕ ਇਹ ਪਰ ਪੁਰਸ਼ ਦਾ ਸੰਗ ਕੀਤਾ, ਆਈ ਡੋਂਟ ਕੇਅਰ, ਤੂੰ ਵਾਪਸ ਆ। ਫਿਰ छैल छबीला ਛੱਡ ਗਵਾਇਓ, ਦੁਰਮਤ ਕਰਮ ਵਿਹੂਣੀ। ਨਾ ਹੋ ਭੁੱਲੀ ਨਾ ਹੋ ਚੁੱਕੀ, ਨਾ ਮੈਂ ਨਾ ਹੀ ਦੋਸਾ। ਆ ਦੇਖੋ ਕੀ ਕਹਿ ਰਹੇ ਹੈ।
ਇਹ ਬ੍ਰਹਮ ਗਿਆਨੀ ਜਿਹੜੇ ਹੈਗੇ ਆਪਾਂ ਨੂੰ ਦੱਸ ਰਹੇ ਆ। ਹਾਂਜੀ, ਕੋਈ ਮਾਈਕ ਖੋਲਤਾ ਕਿਸੇ ਨੇ? ਓਪ, देखो कौन है जी, कोई देख लिया करना प्लीज़। कृपाल अरोरा, मैं बंद कर, हाँ जी। ना हो पुली ना हो चुकी, ना मैं ना ही दोसा। महाराज एग्जाम्पल दे के कह रहे हैं भाई, ਜਿਹੜੀਆਂ ਸੁਹਾਗਣਾਂ ਆਏ ਹੋਈਆਂ ਉਹ ਤਾਂ ਨਹੀਂ ਭੁੱਲੀਆਂ, ਉਹ ਤਾਂ ਨਹੀਂ ਚੁੱਕੀਆਂ ਇਸ ਬਾਰੀ ਤੋਂ। ਨਾ ਹੋ ਭੁੱਲੀ ਨਾ ਹੋ ਚੁੱਕੀ, ना मैं ना ही दोषा, और दोष भी नहीं है, दोष भी दूर कर ले। जिथों लाई तिथों लगी, तू सुन सच संदेशा। कहते जिथे मैनू लाया है मालक परमात्मा ने, जिदे वास्ते भेजिया है मैनू दुनिया दे विच मनुखी जून दे के, पई पर आपत मनुख दे हुरिया, गोबिंद मिलन की है तेरी बरिया। ते मैं तो गोबिंद मिलन वास्ते लगी सी। जिथों लाई, इत्थे लाई है मालक ने, तिथों लगी, तू सुन सच संदेशा। तू सुन ला, आ सच संदेशा हैगा, लग जाए इस पासे। गुण इकट्ठे करने शुरू कर दे, सवारना शुरू कर दे, सिंगारना शुरू कर दे, पति खुश हो जाएगा। साई सुहागणे साई भागणे, जय पिर कृपा तारी। रारे दी सियारी है, पिर ने पति ने किरपा कर दी पाई। ਉਹੀ ਸੁਹਾਗਣ ਹੈ ਕਹਿੰਦੇ, ਤੇ ਉਹੀ ਭਾਗਾਂ ਵਾਲੀ ਹੈ ਜਿਹਦੇ ਤੇ ਪਰਮਾਤਮਾ ਨੇ ਕਿਰਪਾ ਕਰ ਦਿੱਤੀ, ਜਿਹਨੇ ਸਵਾਰਨਾ ਸ਼ੁਰੂ ਕਰ ਦਿੱਤਾ। ਮਾਲਕ ਆਪ ਹੀ ਤਾਂ ਸਵਾਰਦਾ ਹੈ। ਕਹਿੰਦੇ ਤੂੰ ਯਸ ਤਾਂ ਕਰ, ਤੂੰ ਮੇਰੇ ਕੋਲ ਵਾਪਸ ਆਉਣਾ ਚਾਹੁੰਦੀ ਹੈ, ਦੱਸ। ਜੇ ਆਉਣਾ ਚਾਹੁੰਦੀ ਹੈ ਮੈਂ ਸਵਾਰ ਦੂੰਗਾ ਤੈਨੂੰ, ਮੈਂ ਤੇਰਾ ਸਾਰਾ ਪਰਪੁਰਸ਼ ਦਾ ਜਿਹੜਾ ਹੈਗਾ ਸਾਰਾ ਉਹਦਾ ਮੈਂ ਦੇਖ ਲੂੰਗਾ, ਉਹਦੇ ਨਾਲ ਮੈਂ ਸਾਰੀ ਉਹ ਮੇਰੇ ਕੰਟਰੋਲ 'ਚ ਹੀ ਆ। ਮੈਂ ਹੀ ਉਹਨੂੰ ਭੇਜਿਆ ਸੀ ਤੈਨੂੰ ਟੈਸਟ ਕਰਨ ਵਾਸਤੇ। ਸਾਈ ਸੁਹਾਗਣੇ ਸਾਈ ਭਾਗਣੇ, ਜੈ ਪਿਰ ਕਿਰਪਾ ਧਾਰੀ। ਪਿਰੇ ਅਵਗੁਣ ਤਿਸਕੇ ਸਭ ਗਵਾਏ, ਗਲ ਸੇਤੀ ਲਾਏ ਸਵਾਰੀ। ਲਓ, ਸਾਰੇ ਅਵਗੁਣ ਜਿਹੜੇ ਹੈਗੇ ਮਾਲਕ ਨੇ ਗੁਰੂ ਮਿਲਾ ਦੇਗਾ। ਆ ਗੁਰੂ ਮਿਲਾ ਰਿਹਾ, ਗੁਰੂ ਤੱਕ ਬੋਲ ਰਹੇ ਹੈ, ਗੁਰੂ ਤਾਂ ਉਹਨੂੰ ਕਹਿ ਰਹੇ ਹੈ ਵੀ ਕਾਰਨ ਦੱਸ ਦੇ ਭਾਈ, ਇਹ ਪਰਾਏ ਮਰਦ ਦਾ ਸੰਗ ਕਿਉਂ ਕਰ ਰਹੀ ਹੈ। ਪਿਰੇ ਅਵਗੁਣ ਤਿਸਕੇ ਸਭ ਗਵਾਏ, ਗਲ ਸੇਤੀ ਲਾਏ ਸਵਾਰੀ। ਆਪਣੇ ਗਲ ਨਾਲ ਲਾ ਕੇ ਸਵਾਰ ਦਿੱਤੀ, ਗਲ ਨਾਲ ਲਾ ਲਿਆ, ਟੈਸਟ ਤੋਂ ਪਾਸ ਹੋ ਗਈ। ਕਰਮਹੀਣ ਤਨ ਕਰੇ ਬੇਨੰਤੀ, ਕਦ ਨਾਨਕ ਆਵੇ ਬਾਰੀ। ਆ ਲਓ, ਲੱਗ ਗਈ ਭਾਈ ਜਿਹਨੇ ਸੁਣ ਲਿਆ। ਆ ਹੁਣ ਆਪਾਂ ਜੀਵ ਇਸਤਰੀਆਂ ਹੈਗੀਆਂ, ਜਿਹੜੀ ਲੱਗ ਗਈ ਤੇ ਉਹ ਬਸ ਧਿਆਨ ਸਿਮਰਨ ਕਰ ਰਹੀ ਹੈ, ਬੇਨਤੀ ਕਰ ਰਹੀ ਹੈ ਕਿ ਮਾਲਕਾ ਮੇਰੇ ਉੱਤੇ ਵੀ ਬਖਸ਼ਿਸ਼ ਹੋ ਜਾਏ। ਕਰਮਹੀਣ ਤਨ ਕਰੇ ਬੇਨੰਤੀ, ਬੇਨਤੀ ਕਰਨ ਲੱਗ ਪਈ। ਕਦ ਨਾਨਕ ਆਵੇ ਵਾਰੀ, ਕਦ ਮੇਰੀ ਵਾਰੀ ਆਏਗੀ, ਕਦ ਮੈਂ ਸੁਹਾਗਣ ਹੋਵਾਂਗੀ, ਕਦ ਮੈਂ ਤੇਰੇ ਗਲ ਨਾਲ ਲੱਗੂੰਗੀ। ਸਭੇ ਸੁਹਾਗਣ ਮਾਣੇ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਸਾਰੀਆਂ ਸੁਹਾਗਣਾਂ ਤੇਰੇ ਨਾਲ ਹਮੇਸ਼ਾ ਰਹਿੰਦੀਆਂ ਹੈ, ਨਾਲ ਤੇਰੇ। ਮੈਨੂੰ ਵੀ ਜਿਹੜਾ ਹੈਗਾ ਇੱਕ ਰਾਤ ਮੈਨੂੰ ਵੀ ਦੇ ਦੇ। ਹੇ ਮਾਲਕਾ, ਹੇ ਮੁਰਾਰੀ। ਇੱਥੇ ਮੁਰਾਰੀ ਕਿਉਂ ਲਿਖਿਆ? ਮਾਲਕ ਨੇ ਜਿਹੜੇ ਹੈਗੇ ਅਵਗੁਣ ਦੂਰ ਕਰਨੇ ਆ, ਮੁਰ ਕਰਨਾ ਹੈ, ਆਪਣੇ ਪਾਪ ਸਾਰੇ ਕਰਮ ਲੇਖਾ ਜੋਖਾ ਖਤਮ ਕਰ ਦੇਣਾ ਹੈ। ਜਿਹੜੀ ਜੀਵ ਇਸਤਰੀ ਜਿਹੜੀ ਹੈਗੀ ਮਾਲਕ ਵੱਲ ਨੂੰ ਮੂੰਹ ਕਰ ਲਿਆ ਜਿਹਨੇ। ਮਹੱਲਾ ਪੰਜਵਾਂ। ਕਾਹੇ ਮਨ ਤੂੰ ਡੋਲਤਾ, ਹਰ ਮਨਸਾ ਪੂਰਨ ਹਾਰ। ਲਓ, ਜਿਹੜੀ ਚੱਲ ਪਈ ਆ ਹੁਣ ਜਿਹੜੀ ਹੈਗੀ, ਮਹਾਰਾਜ ਕਹਿੰਦੇ ਕਿਉਂ ਡੋਲ ਰਹੇ ਆ ਮਨ, ਕਾਹਦੇ ਲਈ ਡੋਲ ਰਹੇ ਆ? तेरी इच्छा पूरी हो जाएगी। वो परमात्मा इच्छा पूरी करने वाला है। तू इच्छा तो कर, तू इच्छा कहती है मालक नूं मिलन दी, पूरी हो जाएगी तेरी इच्छा। काहे मन तू डोलता, हर मनसा पूर्ण हार। सतगुर पुरख ध्याए तू, सब दुख विसारण हार। ये सतगुर पुरख ये हैगा गुर परमेश्वर, सारिਆਂ ਤੋਂ ਵੱਡਾ
ਮਾਲਕ ਉਹੀ ਹੈ ਸਭ ਤੋਂ ਵੱਡਾ ਸਤਿਗੁਰੂ। ਸਤਿਗੁਰ ਪੁਰਖ ਧਿਆਏ ਤੂੰ, ਕਹਿੰਦੇ ਉਹਦਾ ਧਿਆਨ ਕਰ ਬਸ। ਮਾਇਆ ਦਾ ਧਿਆਨ, ਪਰਪੁਰਖ ਦਾ ਧਿਆਨ ਛੱਡ ਦੇ। ਮਾਲਕ ਦਾ ਧਿਆਨ ਕਰਨਾ ਕੀ ਹੈ? ਕਹਿੰਦੇ ਪਰਪੁਰਖ ਦਾ ਧਿਆਨ ਛੱਡ ਦੇ ਬਸ। ਮੇਰਾ ਧਿਆਨ ਹੋ ਗਿਆ, ਮੈਨੂੰ ਇੰਨਾ ਚਾਹੀਦਾ, ਉਸ ਤੋਂ ਡਿਸਟੈਂਸ ਬਣਾ ਲਾ ਤੂੰ, ਬਸ ਇੰਨਾ ਹੀ ਚਾਹੀਦਾ ਹੈ। ਸਤਿਗੁਰ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਨਹਾਰ, ਸਾਰੇ ਦੁੱਖ ਤੇਰੇ ਵਿਸਰ ਜਾਣਗੇ। ਦੁਖੀ ਤੂੰ ਹੋਈ ਉਹਦੇ ਨਾਲ, ਪਰਪੁਰਸ਼ ਦੇ ਨਾਲ ਜਵਾਂ ਆ ਜਿਹੜਾ ਚਾਂਸ ਗਵਾ ਲੇਂਗੀ। ਫਿਰ ਜੂਨਾਂ ਦੇ ਵਿੱਚ ਜਾਏਂਗੀ, ਫਿਰ ਜੂਨਾਂ ਦੇ ਵਿੱਚ ਜਾ ਕੇ ਫਿਰ ਜਿਹੜਾ ਹੈਗਾ ਉਹ ਪਰਟੀਕੂਲਰ ਕਾਰਨ ਸਰੀਰ ਆਏਗਾ ਉਸ ਲੈਵਲ ਦਾ, ਫਿਰ ਜਿਹੜਾ ਮਨੁੱਖੀ ਸਰੀਰ ਮਿਲ ਜਾਏਗਾ, ਰਿਕੁਆਇਰਮੈਂਟ ਪੂਰੀ ਹੋ ਗਈ। ਔਰ ਫਿਰ ਜਿਹੜਾ ਸੰਸਕਾਰ ਰਹਿੰਦੇ ਆ, ਟੈਸਟ ਤਾਂ ਇਹੀ ਰਹਿਣਾ ਹੈ, ਫਿਰ ਵਾਪਸ ਆਹੀ ਟੈਸਟ ਰਹਿਣਾ ਹੈ ਵੀ ਆਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਪਾਏ ਆ, ਪਰਪੁਰਸ਼ ਜਿਹੜਾ ਹੈਗਾ ਇਹ ਮਾਇਆ ਜਿਹੜੀ ਮਾਲਕ ਨੇ ਪੈਦਾ ਕੀਤੀ ਹੈ, ਟਾਕਰਾ ਫਿਰ ਇਹਦੇ ਨਾਲ ਹੀ ਹੈ। ਨਿਕਲਣਾ ਇਹਦੇ ਨਾਲ, ਇਹਨੂੰ ਜਿੱਤ ਕੇ ਹੀ ਨਿਕਲ ਸਕਦੇ ਹਾਂ। ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨਹਾਰ, ਸਤਿਗੁਰ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਨਹਾਰ। ਹਰ ਨਾਮਾ ਆਰਾਧ ਮਨ ਸਭ ਕਿਲ ਵਿਕ ਜਾਹੇ ਵਿਕਾਰ। ਪਰਮੇਸ਼ਰ ਦਾ ਨਾਮ ਆਰਾਧ ਕਰ, ਮਨ ਨੇ ਕਰਨਾ ਹੈ, ਮਨ ਨੇ ਭਗਤੀ ਕਰਨੀ ਹੈ। ਕਹਿੰਦੇ ਸਾਰੇ ਦੇ ਸਾਰੇ ਤੇਰੇ ਪਾਪ ਕੀਤੇ ਹੋਏ, ਤੇਰੇ ਵਿਕਾਰ, ਵਿਸ਼ੇ ਵਿਕਾਰ ਜਿਹੜੇ ਹੈਗੇ ਇਹ ਚਲੇ ਜਾਣਗੇ ਭਾਈ। ਜਾਹੇ ਜਿਨ ਕੋ ਪੂਰਬ ਲਿਖਿਆ ਤਿਨ ਰੰਗ ਲਗਾ ਨਿਰੰਕਾਰ। ਜਿਨ੍ਹਾਂ ਨੇ ਪਹਿਲਾਂ ਵੀ ਜਿਹੜੀ ਹੈਗੀ ਆ ਇਹ ਇਸ ਪਾਸੇ ਜਿਹੜਾ ਹੈਗਾ ਉਹਨਾਂ ਨੇ ਮਾਲਕ ਪਰਮਾਤਮਾ ਦਾ ਧਿਆਨ ਕੀਤਾ ਹੈ, ਉਹਨਾਂ ਨੇ ਜਿਹੜਾ ਹੈਗਾ ਤੇ ਉਹਨਾਂ ਨੂੰ ਉਸ ਮਾਲਕ ਪਰਮਾਤਮਾ ਦਾ ਰੰਗ ਲੱਗ ਜਾਂਦਾ ਹੈ ਭਾਈ। ਉਹ ਤਾਂ ਆਪਾਂ ਹੁਣ ਜਿਹੜੇ ਹੈਗੇ ਚੱਲ ਪਈਏ ਤੇ ਹੁਣ ਰੰਗ ਚੜ ਜਾਏਗਾ ਭਾਈ। ਹੁਣ ਚੁਆਇਸ ਕਰ ਲਈਏ, ਹੁਣ ਲਿਖ ਲਈਏ ਆਪਾਂ। ਆਪਣਾ ਲਿਖਣਾ ਕੀ ਹੈ? ਆਪਣਾ ਹੁਣ ਪਰਪੁਰਸ਼ ਨੂੰ ਛੱਡ ਕੇ ਔਰ ਆਪਣਾ ਅਸਲੀ ਜਿਹੜਾ ਹੈਗਾ ਪਤੀ ਉਹਦੇ ਵੱਲ ਨੂੰ ਜਾਣਾ। ਹੁਣ ਜਿਹੜਾ ਹੈਗਾ ਸ਼ਿਫਟ ਹੋ ਜਾਈਏ, ਯੂ ਟਰਨ ਲੈ ਲਈਏ। ਜਿਨ ਕੋ ਪੂਰਬ ਲਿਖਿਆ ਤਿੰਨ ਰੰਗ ਲਗਾ ਨਿਰੰਕਾਰ। ਉਹਨੇ ਛੱਡਿਆ ਮਾਇਆ ਸੁਹਾਵੜਾ। ਆ ਲਓ ਪਰਪੁਰਸ਼ ਸੁਹਾਵੜਾ ਕਹਿੰਦੇ ਆ, ਸੁਹਾਵੜਾ ਸੋਹਣਾ ਲੱਗਦਾ, ਸਵਾਦ ਆ। ਉਹਨੇ ਛੱਡਿਆ ਮਾਇਆ ਸੁਹਾਵੜਾ, ਤਨ ਸੰਚਿਆ ਨਾਮ ਅਪਾਰ। ਆ ਲਓ ਉਹ ਰਿਕੁਆਇਰਮੈਂਟ। ਕਹਿੰਦੇ ਤਨ ਇਕੱਠਾ ਕਰ, ਨਾਮ ਤੇਰੇ ਅੰਦਰ ਪਿਆ, ਨਾਮ ਨੂੰ ਪ੍ਰਗਟ ਕਰ ਲੈਂਗੀ, ਨਾਮ ਨੂੰ ਪ੍ਰਗਟ ਕਰ ਲੈਂਗੀ ਤੇ ਬਸ ਤੇਰੇ ਅੰਦਰ ਪਰਪੁਰਸ਼ ਦਾ ਖਤਮ ਹੋ ਜਾਏਗਾ ਕਾਰਵਾਈ। ਬਸ ਇਹ ਅੰਮ੍ਰਿਤ। ਤਨ ਇਕੱਠਾ ਕਰ, ਸਵਾਸ ਦੇ ਡਿਸਟੈਂਸ ਬਣਾ ਪਰਪੁਰਸ਼ ਤੋਂ, ਵਿਚਾਰਾਂ ਤੋਂ। ਆਹੀ ਹੈ ਪਰਪੁਰਸ਼। ਤਨ ਸੰਚਿਆ ਨਾਮ ਅਪਾਰ। ਦੇਖੋ ਅਪਾਰ ਲਿਖਿਆ ਹੋਇਆ, ਅਪਾਰ। ਉਹਨੇ ਛੱਡਿਆ ਮਾਇਆ ਸੁਹਾਵੜਾ। ਕਿਉਂਕਿ ਜਦ ਤੱਕ ਜਿਹੜਾ ਹੈਗਾ, ਜਦ ਤੱਕ ਅੰਮ੍ਰਿਤ ਨਹੀਂ ਪੈਦਾ ਹੁੰਦਾ ਤਦ ਤੱਕ ਆਪਾਂ ਨੂੰ ਇਹ ਇਸ ਤੋਂ ਅਵੇਸਲੇ ਨਹੀਂ ਹੋਣਾ ਚਾਹੀਦਾ। ਉਹਨੇ ਛੱਡਿਆ ਮਾਇਆ ਸੁਹਾਵੜਾ, ਤਨ ਸੰਚਿਆ। ਤਨ ਚਾਹੀਦਾ ਅੰਮ੍ਰਿਤ ਦੇ ਵਾਸਤੇ, ਸਵਾਸ ਚਾਹੀਦੇ ਆ, ਅੰਮ੍ਰਿਤ ਪਰਚੇਸ ਹੁੰਦਾ ਹੈ। ਉਹਨੇ ਛੱਡਿਆ ਮਾਇਆ ਸੁਹਾਵੜਾ, ਤਨ ਸੰਚਿਆ ਨਾਮ ਅਪਾਰ। ਅੱਠੇ ਪਹਿਰ ਇੱਕ ਤੈ ਲਿਵੈ, ਮੰਨੇਨ ਹੁਕਮ ਅਪਾਰ। ਆ ਦੇਖੋ ਮੈਕਸੀਮਮ ਲਿਵ ਮਾਲਕ ਪਰਮਾਤਮਾ ਵੱਲ ਲੱਗ ਗਈ। ਹੁਕਮ ਹੈ ਅਪਾਰ ਮਾਲਕ ਪਰਮਾਤਮਾ ਦਾ, ਉਹਦਾ ਹੁਕਮ ਹੈ ਪਤੀ ਦਾ ਵੀ ਆਹ ਕੰਮ ਕਰ, ਵਿਚਾਰ ਬੰਦ ਕਰ, ਪਰਪੁਰਸ਼ ਦੇ ਵਿਚਾਰ ਬੰਦ ਕਰ ਦੇ ਬਸ। ਅੱਠੇ ਪਹਿਰ ਇੱਕ ਤੈ ਲਿਵੈ, ਮੰਨੇਨ ਹੁਕਮ ਅਪਾਰ। ਇਹ ਜਿਹੜੇ ਅਰਥ ਹੈਗੇ ਨਾ, ਇਹ ਅਰਥ ਜੋ ਲਿਖੇ ਹੋਏ ਗ੍ਰਾਮਰ ਦੇ ਹਿਸਾਬ ਦਾ ਨਾਲ ਨਹੀਂ ਚੱਲਣੇ ਹੈ ਭਾਈ। ਇੱਥੇ ਕੋਈ ਪਰਪੁਰਸ਼ ਪਰਿਸਤਰੀ ਕੁਛ ਲਿਖਿਆ ਨਹੀਂ ਹੈਗਾ। ਅੱਠੇ ਪਹਿਰ ਇੱਕ ਤੇ ਲਿਵੈ, ਮੰਨੇਨ ਹੁਕਮ ਅਪਾਰ। ਜਨ ਨਾਨਕ ਮੰਗੈ ਦਾਨ ਇੱਕ, ਦੇਹੋ ਦਰਸ ਮਨ ਪਿਆਰ। ਆ ਡਿਮਾਂਡ ਆ ਗਈ, ਆਹ ਚੀਜ਼ ਚਾਹੀਦੀ ਹੈ। ਜਿਹੜੇ ਧਿਆਨ ਸਿਮਰਨ ਕਰਦੇ ਆ, ਜਿਹੜੇ ਆਪਣੇ ਵਿਚਾਰ ਜਿਹੜੇ ਹੈਗੇ ਉਹਨਾਂ ਤੇ ਬਲੌਕ, ਉਹਨਾਂ ਤੇ ਬੰਨ ਲਾਉਂਦੇ ਆ,
ਉਹਨਾਂ ਦੇ ਅੰਦਰ ਆ ਡਿਮਾਂਡ ਪੈਦਾ ਹੋ ਜਾਂਦੀ ਹੈ। ਜਨ ਨਾਨਕ ਮੰਗੇ ਦਾਨ ਇੱਕ, ਜਨ ਨਾਨਕ ਕੱਕੇ ਨੂੰ ਔਂਕੜ ਲੱਗੀ, ਜਨ ਨੂੰ ਔਂਕੜ ਲੱਗੀ ਆ। ਮਹਾਰਾਜ ਪੰਜਵੀਂ ਪਾਤਸ਼ਾਹੀ ਜਿਹੜੇ ਹੈਗੇ ਆਪ ਕਹਿ ਰਹੇ ਆਪਣੇ ਵਾਸਤੇ ਦੇਹੋਦਰਸ ਆਪਣੇ ਤੇ ਲਾ ਕੇ ਆਪਾਂ ਨੂੰ ਸਿੱਖਿਆ ਦੇ ਰਹੇ। ਜਨ ਨਾਨਕ ਮੰਗੇ ਦਾਨ ਇੱਕ, ਦੇਹੋਦਰਸ ਮਾਨੇ ਪਿਆਰ। ਦਰਸ਼ਨ ਦੇ ਮਾਲਕਾ ਮੇਰੇ ਮਨ 'ਚ ਪਿਆਰ ਹੈ। ਪੌੜੀ ਜਿਸ ਤੋਂ ਆਵੇਂ ਚਿੱਤ ਤਿਸ ਨੂੰ ਸਦਾ ਸੁਖ। ਲਓ ਦੇਖੋ ਬਾਣੀ ਜਿਹੜੀ ਹੈਗੀ ਕਹਿੰਦੀ ਤੂੰ ਪਰ ਪੁਰਸ਼ ਦਾ ਧਿਆਨ ਬੰਦ ਕਰ ਦਿੱਤਾ ਤੇ ਸੁਖੀ ਹੋਣਾ ਸ਼ੁਰੂ ਹੋ ਗਿਆ। ਉਸੇ ਟਾਈਮ ਤੋਂ ਸੁਖੀ ਹੋਣਾ ਸ਼ੁਰੂ ਹੋ ਜਾਏਂਗੀ। ਉਸੇ ਟਾਈਮ ਤੋਂ ਜਿਸ ਤੋਂ ਆਵੇਂ ਚਿੱਤ ਤਿਸ ਨੂੰ ਸਦਾ ਸੁਖ। ਹਾਲੇ ਦਰਸ਼ਨ ਥੋੜੀ ਨਾ ਹੋਇਆ, ਚਿੱਤ 'ਚ ਆਉਣਾ ਹੈ ਬਸ। ਚਿੱਤ 'ਚ ਜਿਹੜਾ ਹੈਗਾ ਉਹ ਕਿਵੇਂ ਆਉਂਦਾ ਹੈ? ਬਸ ਕਹਿੰਦੇ ਪਰ ਮਾਇਆ ਦੇ ਵਿਚਾਰ ਲੈਣੇ ਬੰਦ ਕਰ ਦੇ, ਪਰਪੁਰਸ਼ ਦੇ ਵਿਚਾਰ ਲੈਣੇ ਬੰਦ ਕਰ ਦੇ। ਤੇਰਾ ਅਟਰੈਕਸ਼ਨ ਪਰਪੁਰਸ਼ ਦੇ ਨਾਲ ਹੈ ਤਾਂ ਜਿਹੜਾ ਹੈਗਾ ਡੁਅਲਿਟੀ ਤਾਂ ਚੱਲਣੀ ਨਹੀਂ ਹੈ ਭਾਈ, ਦੋਨੋਂ ਪਾਸੇ ਦੀ ਗੱਲ। ਜਿਸ ਤੋਂ ਆਵੇਂ ਚਿੱਤ ਤਿਸ ਨੂੰ ਸਦਾ ਸੁਖ, ਜਿਸ ਤੋਂ ਆਵੇਂ ਚਿੱਤ ਤਿਸ ਜਮ ਨਾ ਹੈ ਦੁੱਖ। ਜਮ ਦਾ ਦੁੱਖ ਨਹੀਂ ਹੋਏਗਾ ਭਾਈ। ਇਹ ਮਾਇਆ ਜਿਹੜੀ ਪਰਪੁਰਸ਼ ਜਿਹੜਾ ਹੈਗਾ ਇਹਦਾ ਉਨਾ ਹੀ ਸੰਗ ਕਰਨਾ ਹੈ ਜਿੰਨੀ ਕੁ ਰਿਕੁਆਇਰਮੈਂਟ ਆ, ਜਿੰਨੀ ਕੁ ਨੀਡ ਹੈਗੀ ਆ। ਜਿਸ ਤੋਂ ਆਵੇਂ ਚਿੱਤ ਤਿਸ ਕੇ ਕਾੜਿਆ। ਆਪਾਂ ਕੀ ਕਰਦੇ ਹਾਂ? ਆਪਾਂ ਤਾਂ ਕਹਿੰਦੇ ਸਮੇਂ ਸਾਨੂੰ ਤਾਂ ਪਰਪੁਰਸ਼ ਹੀ ਚਾਹੀਦਾ, ਮਾਲਕ ਤਾਂ ਚਾਹੀਦਾ ਹੀ ਨਹੀਂ ਹੈ। ਫਿਰ ਮਾਲਕ ਕਿਵੇਂ ਆ ਜਾਏਗਾ ਭਾਈ? ਆ ਕਿਵੇਂ ਹੋ ਜਾਣਗੇ? ਜਿਸ ਤੋਂ ਆਵੇਂ ਚਿੱਤੀ 'ਚ ਹੀ ਨਹੀਂ ਹੈ ਤੇ ਸੁੱਖ ਕਿਵੇਂ ਆਏਗਾ? ਸੁੱਖ ਨਾਮ ਦੀ ਚੀਜ਼ ਨਹੀਂ ਆਏਗੀ। ਦੁਨੀਆ ਦੇ ਵਿੱਚ ਸੁੱਖ ਨਹੀਂ ਹੈ, ਸਵਾਦ ਹੈਗੇ। ਜਿਸ ਤੋਂ ਆਵੇਂ ਚਿੱਤ ਤਿਸ ਨੂੰ ਸਦਾ ਸੁਖ, ਜਿਸ ਤੋਂ ਆਵੇਂ ਚਿੱਤ ਤਿਸ ਜਮ ਨਾ ਹੈ ਦੁੱਖ। ਜਿਸ ਤੋਂ ਆਵੇਂ ਚਿੱਤ ਤਿਸ ਕੇ ਕਾੜਿਆ। ਉਹਨੂੰ ਕਾਹਦਾ ਕਾੜਾ ਹੈ ਭਾਈ? ਕਿਉਂ ਕੁੜੇਗਾ ਉਹ? ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ। ਜਿਹੜੇ ਆਪਣੇ ਪਤੀ ਜਿਹੜਾ ਹੈ ਉਹਦਾ ਮਿੱਤਰ ਹੈਗਾ ਤੇ ਭਾਈ ਸਾਰੇ ਕਾਜ ਸਵਾਰ ਜਾਣੇ। ਉਸੇ ਨੇ ਤਾਂ ਟੈਸਟ ਪਾਇਆ ਸੀਗਾ। ਜਿਸ ਤੋਂ ਆਵੇਂ ਚਿੱਤ ਸੋ ਪਰਵਾਨ ਜਨ। ਬਸ ਮਾਲਕ ਵੱਲ ਨੂੰ ਧਿਆਨ ਕਰ ਲਿਆ, ਪਰਵਾਨ ਹੋ ਜਾਂਦਾ ਹੈ। ਚਿੱਤ 'ਚ ਆ ਗਿਆ ਬਸ। ਜਿਸ ਤੋਂ ਆਵੇਂ ਚਿੱਤ ਵੀਰ ਜੀ ਚਿੱਤ 'ਚ ਆ ਗਿਆ ਮਤਲਬ ਪ੍ਰਗਟ ਹੋ ਗਿਆ ਵੀ ਤਾਂ ਹੋ ਸਕਦਾ? ਨਹੀਂ ਵੀਰ ਜੀ, ਨਹੀਂ। ਚਿੱਤ 'ਚ ਆਵੇਂ ਲਿਖਿਆ, ਆਵੇਂ ਉੱਤੇ ਆ ਗਿਆ ਜੀ। ਨਹੀਂ ਆਵੇਂ ਲਿਖਿਆ ਹੈ, ਆਵੇਂ। ਜਿਸ ਤੋਂ ਆਵੇਂ ਚਿੱਤ, ਧਿਆਨ ਮਤਲਬ ਜਿਹਦੇ ਧਿਆਨ ਦੇ ਵਿੱਚ ਆ ਗਿਆ। ਹਾਂ, ਧਿਆਨ ਦੇ ਵਿੱਚ ਆ ਗਿਆ। ਹਾਂ ਬਈ ਦੇਖੋ ਬੱਚਾ ਹੈਗਾ, ਬੱਚਾ ਜਿਹੜਾ ਵੀ ਆਪਾਂ ਕਹਿੰਦੇ ਕਿੱਧਰ ਤੇਰਾ ਧਿਆਨ ਕਿੱਧਰ ਹੈ ਭਾਈ? ਧਿਆਨ ਆਪਣਾ ਧਿਆਨ ਹੀ ਤਾਂ ਚਾਹੀਦਾ। ਮੇਨ ਚੀਜ਼ ਧਿਆਨ ਹੈ ਬਸ। ਡਿਮਾਂਡ, ਧਿਆਨ ਦਾ ਮਤਲਬ ਡਿਮਾਂਡ। ਆਰਾਧਨਾ ਹੋ ਗਿਆ ਚੇਤਾ ਆਉਣ ਦਾ ਜੀ ਮਤਲਬ। ਵਾਹਿਗੁਰੂ ਜੀ ਆਰਾਧਨਾ ਕਰਨਾ, ਆਰਾਧਨਾ ਜਿਹੜੀ ਹੈਗੀ ਉਹਨੂੰ ਬਾਰ-ਬਾਰ ਯਾਦ ਕਰਨਾ ਹੈ, ਬਾਰ-ਬਾਰ ਯਾਦ ਕਰਨਾ, ਉਹਨੂੰ ਆਰਾਧਨਾ ਕਹਿ ਦਿੰਦੇ। ਫਿਰ ਉਹਦੇ ਧਿਆਨ ਤੇ ਉਸ ਤੋਂ ਅੱਗੇ ਨੈਕਸਟ ਸਟੇਜ ਧਿਆਨ ਦੀ ਹੈਗੀ। ਧਿਆਨ ਲੱਗ ਗਿਆ ਬਸ। ਹਾਂ ਠੀਕ ਹੈ। ਹਾਂ ਇਹ ਜਪ ਤੋਂ ਸ਼ੁਰੂ ਹੋਏਗੀ। ਜਪ ਫਿਰ ਆਰਾਧਨਾ, ਸਿਮਰਨਾ ਕਹਿੰਦੇ। ਆਰਾਧਨਾ ਤੇ ਸਿਮਰਨਾ ਇੱਕੋ ਹੀ ਹੈ। ਫਿਰ ਜਿਹੜਾ ਹੈਗਾ ਧਿਆਨ ਆ ਜਾਏਗਾ। ਆਪਾਂ ਅੱਖਰਾਂ ਤੇ ਨਹੀਂ ਜਾਣਾ, ਬਸ ਇੰਨੀ ਚੀਜ਼ ਯਾਦ ਰੱਖ ਲੈ। ਫਾਈਨ ਲਾਈਨ ਹੈ, ਬਹੁਤੀ ਫਾਈਨ ਲਾਈਨ ਹੈ। ਅੱਖਰਾਂ ਦੇ ਉੱਤੇ ਨਾ ਜਾਏਗਾ। ਅੱਖਰ ਤੇ ਸਾਨੂੰ ਗਿਆਨ ਨਹੀਂ ਚਾਹੀਦਾ, ਸਾਨੂੰ ਜਿਹੜਾ ਧਿਆਨ ਚਾਹੀਦਾ। ਜਿਸ ਤੋਂ ਆਵੇਂ ਚਿੱਤ ਤਿਸ ਕੇ ਕਾੜਿਆ। ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ। ਕਰਤਾ ਮਿੱਤਰ ਹੋ ਗਿਆ, ਸਾਰੇ ਕਾਜ ਸਵਾਰ ਦਿੰਦਾ। ਜਿਸ ਤੋਂ ਆਵੇਂ ਚਿੱਤ ਸੋ ਪਰਵਾਨ ਜਨ। ਉਹ ਪਰਵਾਨ ਹੋ ਜਾਏਗਾ। ਮਾਲਕ ਨੂੰ ਹੋਰ ਕੀ? ਮਾਲਕ ਤਾਂ ਰੂਪ ਰੇਖ ਰੰਗ ਹੈ ਹੀ ਨਹੀਂ ਮਾਲਕ ਪਰਮਾਤਮਾ ਦਾ, ਤੇ ਉਹ ਕਿਵੇਂ ਚਿੱਤ 'ਚ ਆ ਜਾਏਗਾ ਭਾਈ? ਕਿਹੜੀ ਚੀਜ਼ ਚਿੱਤ 'ਚ ਆਏਗੀ ਦੱਸੋ? ਕਿਹੜੀ ਚੀਜ਼ ਚਿੱਤ 'ਚ ਆਏਗੀ? ਮਾਲਕ ਦੀ ਯਾਦ ਆਏਗੀ ਚਿੱਤ ਦੇ ਵਿੱਚ। ਜਿਸ ਤੋਂ ਆਵੇਂ ਚਿੱਤ ਸੋ ਪਰਵਾਨ ਜਨ। ਜਿਸ ਤੋਂ ਆਵੇਂ ਚਿੱਤ
ਬਹੁਤਾ ਤਿਸ ਧਨ। ਲਓ ਧਨ ਬਣ ਗਿਆ, ਆਈ ਧਨ ਚਾਹੀਦਾ ਹੈ ਨਾਮ ਵਾਸਤੇ। ਜਿਸ ਤੋਂ ਆਵੇਂ ਚਿੱਤੇ, ਉਸੇ ਵੇਲੇ ਧਨ ਬਣ ਜਾਂਦਾ ਹੈ। ਜਿਸ ਤੋਂ ਆਵੇਂ ਚਿੱਤੇ ਬਹੁਤਾ ਤਿਸ ਧਨ। ਜਿਸ ਤੋਂ ਆਵੇਂ ਚਿੱਤੇ ਸੋ ਵੱਡ ਪਰਵਾਰਿਆ। ਜਿਹਦੇ ਚਿੱਤ 'ਚ ਮਾਲਕ ਆ ਗਿਆ, ਉਹ ਜਿਹੜਾ ਹੈਗਾ ਉਹਦੇ ਵਾਸਤੇ ਆ ਜਿਹੜਾ ਦੂਸਰਾ ਤੀਸਰਾ ਜਿਹੜਾ ਹੈਗਾ, ਆ ਮੇਰੀ ਫੈਮਿਲੀ, ਆ ਮੇਰਾ ਫਲਾਨਾ, ਆ ਮੇਰਾ ਟਿਮਕਾ ਥੋੜੀ ਨਾ ਰਹੇਗਾ। ਉਹ ਮਾਲਕ, ਉਹਦਾ ਪਤੀ ਪਰ ਸਾਰਾ ਸ੍ਰਿਸ਼ਟੀ ਉਸ ਮਾਲਕ ਦੀ ਹੈਗੀ। ਉਹਦੀ ਵੀ ਉਹਦਾ ਪਤੀ ਜਿਹੜਾ ਹੈਗਾ, ਜਦ ਉਹਦਾ ਪਤੀ ਉਹ ਹੋ ਗਿਆ ਤੇ ਇਹ ਵੀ ਭਾਈ, ਇਹਦਾ ਵੀ ਪਰਿਵਾਰ ਵੱਡਾ ਹੋ ਗਿਆ, ਉਸ ਵੱਡੇ ਪਰਿਵਾਰ 'ਚ ਹੋ ਗਿਆ। ਜਿਸ ਤੋਂ ਆਵੇਂ ਚਿੱਤੇ ਸੋ ਵੱਡ ਪਰਵਾਰਿਆ। ਜਿਸ ਤੋਂ ਆਵੇਂ ਚਿੱਤੇ ਤਿਨੇ ਕੁਲ ਉਧਾਰਿਆ। ਜਿਹਦੇ ਚਿੱਤ 'ਚ ਆ ਗਿਆ ਮਾਲਕ ਪਰਮਾਤਮਾ, ਦੇਖੋ ਚਿੱਤ 'ਚ ਆਉਣ ਦੇ ਨਾਲ ਮਹਾਰਾਜ ਕਹਿੰਦੇ ਆ ਉਹ ਆਪਣਾ ਜਿਹੜੀ ਵੀ ਸੰਗਤ, ਜਿਹੜਾ ਵੀ ਉਹਦੇ ਨਾਲ ਜੁੜੂਗਾ ਪਾਏ, ਉਹਨੂੰ ਉਧਾਰ ਦੇਗਾ। ਇਹਦਾ ਵੀਰ ਜੀ ਇਹੀ ਮਤਲਬ ਆ ਕਿ ਮਨ ਦੇ ਵਿੱਚ ਪ੍ਰਮਾਤਮਾ ਵਸ ਗਿਆ। ਪਹਿਲਾਂ ਮਾਇਆ ਫਸੀ ਸੀਗੀ ਜੀ, ਮਾਇਆ ਦੇ ਵਿਚਾਰ ਆਉਂਦੇ ਸੀਗੇ। ਹੁਣ ਮਤਲਬ ਮਾਇਆ ਦੇ ਵਿਚਾਰ ਨਹੀਂ ਆਉਂਦੇ, ਹੁਣ ਮਤਲਬ ਪ੍ਰਭੂ ਦੀ ਯਾਦ, ਪ੍ਰਭੂ ਦਾ ਪ੍ਰੇਮ, ਬਸ ਹਰ ਵਕਤ ਉਹੀ ਰਹਿੰਦਾ ਜੀ, ਪੱਠੇ ਪੈਰ। ਬਿਲਕੁਲ ਸਹੀ ਗੱਲ ਹੈ। ਔਰ ਇਸ ਤਰ੍ਹਾਂ ਹੀ ਹੁੰਦਾ ਹੈ, ਇਹ ਫੈਕਟ ਹੈਗਾ। ਸ਼ਲੋਕ ਮਹੱਲਾ ਪੰਜਵਾਂ। ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੈ। ਆ ਲਓ, ਆ ਡੁਐਲਿਟੀ ਆ ਗਈ। ਆ ਜਿਹੜੇ ਕਰਮ ਕਾਂਡ ਕਰ ਰਹੇ ਆਪਾਂ, ਜਿਹੜੇ ਹੈਗੇ ਕਰਮ ਕਾਂਡੀ ਹੈਗੇ ਆ, ਬਿਲਕੁਲ ਕਲੀਅਰ ਕੱਟ ਜਿਹੜਾ ਹੈਗਾ ਆਪਣੇ ਤੇ ਲਾਉਣਾ ਹੈ ਅਸੀਂ, ਦੂਸਰੇ ਦਾ ਸਾਨੂੰ ਨਹੀਂ ਪਤਾ। ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੈ। ਅੰਦਰ ਜਿਹੜਾ ਹੈਗਾ ਮਨ, ਜਿਹੜਾ ਹੈਗਾ ਮਨ ਮਾਇਆ ਦੇ ਵਿੱਚ ਆ, ਮਨ ਸਵਾਦਾਂ ਦੇ ਵਿੱਚ ਆ, ਮਨ ਪਰਪੁਰਸ਼ ਦੇ ਨਾਲ ਆ। ਇਹ ਹੋ ਗਿਆ ਅੰਦਰੋਂ ਅੰਨਾ। ਬਾਹਰੋਂ ਅੰਨਾ, ਕਰਮ ਵੀ ਉਹੇ ਜਿਹੇ ਹੈਗੇ। ਕਰਮ ਵੀ 24 ਘੰਟੇ 24/7 ਮਾਇਆ ਦੇ ਵਿੱਚ, ਪਦਾਰਥਾਂ ਦੇ ਵਿੱਚ, ਸਵਾਦਾਂ ਦੇ ਵਿੱਚ। ਆ ਬਾਹਰੋਂ ਅੰਨਾ ਹੋ ਗਿਆ। ਫਿਰ ਕੂੜੀ ਕੂੜੀ ਗਾਵੈ। ਫਿਰ ਜਿਹੜਾ ਹੈਗਾ ਕਰਦਾ ਕੀ ਆ, ਸਵੇਰੇ ਉੱਠਦਾ ਹੈ, ਸਾਰਾ ਨਹਾਉਣਾ ਧੋਣਾ, ਪੂਰਾ ਜਿਹੜਾ ਹੈਗਾ ਡਰੈਸ ਕੋਡ, ਸਾਰੇ ਰੂਟੀਨ, ਸਾਰੇ ਨਿਤਨੇਮ, ਸਾਰਾ ਕੁਛ ਕਰ ਰਿਹਾ ਹੈ। ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੈ। ਕਹਿੰਦੇ ਝੂਠਾ ਇਹਦਾ ਗਾਉਣਾ। ਮਨ ਜਿਹੜਾ ਹੈਗਾ ਅੰਦਰ, ਜਿਹੜਾ ਹੈਗਾ ਪਰਾਇਆ ਪੁਰਸ਼ ਹੀ ਵਸਿਆ ਹੋਇਆ। ਬਾਹਰੋਂ ਐਕਸ਼ਨ ਵੀ ਉਹੀ ਹੈ ਪਰਾਇਆ ਪੁਰਸ਼ ਦੇ। ਬਸ ਜਿਹੜਾ ਹੈਗਾ ਕਰ ਲਿਆ ਆਪਣਾ, ਜਿਹੜਾ ਹੈਗਾ ਸਵੇਰ ਦਾ ਟਾਈਮ, ਬਾਅਦ 'ਚ ਫਿਰ ਠੱਗੀਆਂ ਮਾਰਨੀਆਂ, ਫਿਰ ਸ਼ੁਰੂ ਹੋ ਗਿਆ ਵਾਪਸ ਪਰਪੁਰਸ਼ ਦੇ ਨਾਲ। ਅੰਦਰੋਂ ਅੰਨਾ ਬਾਹਰੋਂ ਅੰਨਾ, ਆਪਣੇ ਤੇ ਲਾਉਣਾ ਹੈ ਅਸੀਂ ਕਿਸੇ ਦਾ ਕੋਈ ਸਾਨੂੰ ਨਹੀਂ ਹੈਗਾ ਭਾਈ, ਅਸੀਂ ਆਪਣਾ ਦੇਖਣਾ ਹੈ। ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੈ। ਕਹਿੰਦੇ ਭਗਤੀ ਇਹ ਤਾਂ ਧੋਖਾ ਹੈ, ਇਹ ਤਾਂ ਕੂੜੀ ਇਹ ਭਗਤੀ ਹੈ, ਇਹ ਬੰਦਗੀ ਥੋੜੀ ਨਾ ਹੈਗੀ। ਦੇਹੀ ਧੋਵੈ, ਆ ਦੇਖੋ ਕਲੀਅਰ ਕੱਟ, ਦੇਹੀ ਧੋਵੈ ਚੱਕਰ ਬਣਾਏ। ਨਹਾਉਂਦਾ ਹੈ ਔਰ ਸਾਰਾ ਡਰੈਸ ਕੋਡ ਕਰਦਾ ਹੈ। ਮਾਇਆ ਨੂੰ ਬਹੁਤ ਆਵੇ ਔਰ ਅੰਦਰ ਫਿਰ ਜਾਂਦਾ ਵਾਪਸ ਪਰਪੁਰਸ਼ ਮਾਇਆ ਨੂੰ, ਦੌੜਦਾ ਮਾਇਆ ਨੂੰ। ਐਕਸ਼ਨ ਇਹ ਹੈਗੇ ਬਾਹਰਲੇ, ਅੰਦਰਲੇ ਵੀ ਤੇ ਬਾਹਰਲੇ ਵੀ। ਅੰਦਰ ਮੈਲ ਨਾ ਉਤਰੇ ਹਉਮੈ, ਫਿਰ ਆਵੇ ਜਾਵੇ। ਕਹਿੰਦੇ ਅੰਦਰ ਹਉਮੈ ਤੇ ਬਈ ਇਹ ਕਿਉਂ ਕਰ ਰਿਹਾ? ਕਿਉਂਕਿ ਸਰੀਰ ਸਮਝਦਾ ਮੈਂ ਸਰੀਰ ਹਾਂ, ਸਰੀਰ ਦੇ ਭੋਗ ਕਰ ਰਿਹਾ, ਪਤਾ ਸਰੀਰ ਨੂੰ ਖੁਸ਼ ਕਰ ਰਿਹਾ। ਦੇਹੀ ਧੋਵੈ ਚੱਕਰ ਬਣਾਏ, ਇਹਦੇ ਨਾਲ ਸਰੀਰ ਦੀ ਵਾਰੀ ਇਹਦੇ ਨਾਲ ਕੀ ਹੋ ਜਾਏਗਾ ਭਾਈ? ਇਹ ਕਿਹੜੇ ਪਾਸਿਓਂ ਜਿਹੜਾ ਹੈਗਾ ਇਹ ਮਨ ਦੀ ਮੈਲ ਧੋ ਦੇਗਾ? ਮਨ ਨੂੰ ਕਿਵੇਂ ਜਿਹੜਾ ਹੈਗਾ ਕਰ ਦੇਗਾ ਭਾਈ? ਇਹ ਜਿਹੜਾ ਹੈ ਹੁਣ नहीं चलेगा भाई। वो दिन गए जब पुजारियों का पसीना गुलाब था, ਹੁਣ नहीं। जब खलील खां फाकता उड़ाया करते थे, ਹੁਣ नहीं ਚੱਲਣਗੇ ਭਾਈ। ਹੁਣ ਤਾਂ ਜਿਹੜਾ ਗੁਰਬਾਣੀ ਦੇ ਨਾਲ ਇਹ ਅੱਖਰਾਂ ਦੇ ਉੱਤੇ ਮਰ ਜਾਵਾਂਗੇ। ਸ਼ਲੋਕ ਮਹੱਲਾ ਪੰਜਵਾਂ। ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੈ। ਦੇਹੀ ਧੋਵੈ ਚੱਕਰ ਬਣਾਏ, ਮਾਇਆ ਨੂੰ ਬਹੁਤ ਆਵੈ। ਅੰਦਰ ਮੈਲ ਨਾ ਉਤਰੇ ਹਉਮੈ, ਫਿਰ ਆਵੇ ਜਾਵੇ।
ਕਹਿੰਦੇ ਅੰਦਰ ਹਉਮੈ ਦੀ ਮੈਲ ਤਾਂ ਜਾਂਦੀ ਨਹੀਂ ਹੈ ਭਾਈ। ਉਹ ਬਾਰ-ਬਾਰ ਜੂਨਾਂ ਦੇ ਵਿੱਚ ਆ ਰਿਹਾ, ਪਿਓ ਨੂੰ ਖਿਚਰ ਪਾ ਰਿਹਾ, ਵੇਸਟ ਕਰੀ ਜਾ ਰਿਹਾ। ਸਮਾਂ ਆਪਣੇ ਕੋਲ ਹੈਗਾ, ਆਪਣਾ ਸਮੇਂ ਦੇ ਵਿੱਚ ਹਾਂ ਆਪਾਂ ਕਾਲ ਦੇ ਅਧੀਨ ਹੈ। ਮਾਲਕ ਪਰਮਾਤਮਾ ਨੂੰ ਕੋਈ ਸਮਾਂ ਨਹੀਂ ਹੈਗਾ। ਉਸ ਮਾਲਕ ਨੂੰ ਉਹ ਇੱਕੋ ਜਿਹਾ ਹੈ, ਉਹਨੇ ਇੱਕੋ ਜਿਹਾ ਰਹਿਣਾ ਹੈ। ਪਹਿਲਾਂ ਵੀ ਇੱਕੋ ਜਿਹਾ ਸੀਗਾ, ਉਹ ਅਮਰ ਹੈਗਾ। ਅੰਦਰ ਮੈਲ ਨਾ ਉਤਰੇ ਹਉਮੈ, ਫਿਰ ਆਵੇ ਜਾਵੇ। ਨੀਂਦ ਵਿਆਪਿਆ, ਕਿਉਂ? ਕਾਹਦੀ ਨੀਂਦ? ਮਾਇਆ ਦੀ ਨੀਂਦ, ਪਰਪੁਰਸ਼ ਦੀ ਨੀਂਦ, ਪਰਪੁਰਸ਼ ਦਾ ਸੰਗ। ਕਾਮ ਹੈ ਸੰਤਾਪਿਆ, ਕਾਮ ਸੰਤਾਪ ਗਿਆ ਕਾਮ ਦੇ ਨਾਲ। ਇਹੀ ਨੀਂਦ ਹੈਗੀ ਆ। ਇਹ ਸਵਾਦ ਦੁਨੀਆ ਦੇ ਪਦਾਰਥ। ਨੀਂਦ ਵਿਆਪਿਆ, ਕਾਮ ਹੈ ਸੰਤਾਪਿਆ, ਮੁਖੋਂ ਹਰ ਹਰ ਕਹਾਵੇ। ਆ ਲੋ, ਬਿਲਕੁਲ ਪ੍ਰੋਪਰ ਨਿਤਨੇਮ ਚੱਲ ਰਿਹਾ, ਸਾਰਾ ਕੁਛ ਹੋ ਰਿਹਾ। ਹਰ ਹਰ ਵੀ ਕਰੀ ਜਾ ਰਿਹਾ, ਵਾਹਿਗੁਰੂ ਵਾਹਿਗੁਰੂ ਵੀ ਕਰੀ ਜਾ ਰਿਹਾ, ਅੱਲਾ ਅੱਲਾ ਕਰੀ ਜਾ ਰਿਹਾ, ਹਰੀਓਮ ਕਰੀ ਜਾ ਰਿਹਾ। ਮੁਖੋਂ ਹਰ ਹਰ ਕਹਾਵੈ, ਬੈਸਨੋ ਨਾਮ। ਔਰ ਨਾਮ ਵੀ ਜਿਹੜਾ ਲੋਕੀ ਜਿਹੜੇ ਹੈਗੇ ਹੁਣ ਕਹਿੰਦੇ ਜੀ ਭਗਤ ਜੀ ਕੀ ਹਾਲ ਆ, ਇਹ ਦੇਖੋ ਜੀ ਬਹੁਤ ਗਿਆਨੀ ਹੈ, ਬਹੁਤ ਜਿਹੜੇ ਹੈਗੇ ਗੁਰਮੁਖ ਹੈਗੇ। ਨਾਮ ਪੈ ਗਿਆ ਲੋਕਾਂ ਦੇ ਵਿੱਚ, ਵਡਿਆਈ ਉਹਦੇ ਨਾਲ ਹੋਰ ਬੂਸਟ ਹੋ ਜਾਂਦਾ ਹੈ ਉੱਪਰ। ਵੈਸਨੋ ਨਾਮ। ਕਰਮ ਕੀ ਹੈਗੇ? ਐਕਸ਼ਨ ਕੀ ਹੈਗੇ? ਹਉ ਯੁਕਤਾ ਐਕਸ਼ਨ ਹੈਗੇ ਹਉਮੈ ਦੇ ਵਿੱਚ, ਪੂਰੀ ਤਰ੍ਹਾਂ ਲੀਨ ਹੈ ਹਉਮੈ ਦੇ ਵਿੱਚ। ਹਉਮੈ ਯੁਕਤੀ ਹੈ ਉਹਦੀ। ਵੈਸਨੋ ਨਾਮ ਕਰਮ ਹਉ ਯੁਕਤਾ, ਤੋਹ ਕੁੱਟੇ ਕਿਆ ਫਲ ਪਾਵੈ। ਕਹਿੰਦੇ ਕੀ ਕਰ ਰਿਹਾ ਹੈ? ਉਹ ਦਾਣੇ ਹੈ ਨਹੀਂ ਗੇ, ਉਹ ਖਾਲੀ ਚੇਲਾ ਛਿਲਕੇ ਨੂੰ ਕੁੱਟ ਰਿਹਾ ਆ। ਉਹਨੂੰ ਕੀ ਮਿਲਣਾ ਆ? ਕੀ ਮਿਲੂਗਾ ਤੈਨੂੰ ਇਹਦੇ ਨਾਲ? ਸਾਧ ਸੰਗਤ ਜੀ ਦੇਖੋ ਆ ਚੀਜ਼ ਦੇਖ ਲਈ ਆਪਾਂ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਔਰ ਜਿਨ੍ਹਾਂ ਦੀ ਬਾਣੀ ਹੈਗੀ, ਜਿਨ੍ਹਾਂ ਨੇ ਜਿਨ੍ਹਾਂ ਦਾ ਜਿਹੜਾ ਦਿਹਾੜਾ ਮਨਾ ਰਹੇ ਆਪਾਂ ਜਿਹੜੇ ਹੈਗੇ, ਇਹ ਉਹਨਾਂ ਦੀ ਬਾਣੀ ਹੈਗੇ, ਜਿਨ੍ਹਾਂ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ, ਜਿਨ੍ਹਾਂ ਨੇ ਸਾਨੂੰ ਜਿਹੜਾ ਹੈਗਾ ਇਹ ਬਾਣੀ ਜਿਹੜੀ ਹੈਗੀ ਆ ਪੂਰੀ, ਇਹਨੂੰ ਜਿਹੜੀ ਹੈਗੀ ਸੀਲ ਬੰਦ ਕਰਕੇ, ਇੰਟਰਲਾਕ ਕਰਕੇ ਸਾਡੇ ਸਾਹਮਣੇ ਹਮੇਸ਼ਾ ਵਾਸਤੇ ਦੇ ਦਿੱਤਾ। ਨੀਂਦ ਵਿਆਪਿਆ, ਕਾਮ ਸੰਤਾਪਿਆ, ਮੁਖੋਂ ਹਰ ਹਰ ਕਹਾਵੈ। ਬੈਸਨੋ ਨਾਮ ਕਰਮ ਹੋ ਯੁਕਤਾ, ਤੋਹ ਕੁੱਟੇ ਕਿਆ ਫਲ ਪਾਵੈ। ਹੰਸਾਂ ਵਿੱਚ ਬੈਠਾ ਬੱਗ ਨਾ ਬਣੀ, ਨਿਤ ਬੈਠਾ ਮੱਛੀ ਨੂੰ ਤਾਰ ਲਾਵੈ। ਭਾਵੇਂ ਚਲੇ ਜਾਏ ਸਾਧ ਸੰਗਤ ਦੇ ਵਿੱਚ, ਭਾਵੇਂ 24 ਘੰਟੇ ਸਾਧ ਸੰਗਤ ਦੇ ਵਿੱਚ ਰਹੇ, ਹੰਸਾਂ ਦੇ ਵਿੱਚ ਰਹੇ, ਤੇ ਕਹਿੰਦੇ ਬੱਗ ਜਿਹੜਾ ਹੈਗਾ ਹੰਸ ਬਣ ਜੂਗਾ। ਹਾਂਜੀ, ਕੁਛ ਕਹਿਣਾ ਚਾਹੁੰਦੇ ਗੁਰਸ਼ਨ ਜੀ? ਹਾਂਜੀ ਵੀਰ ਜੀ, ਇਹ ਮਤਲਬ ਉਸ ਤਰ੍ਹਾਂ ਦਾ ਹੀ ਸ਼ਬਦ ਹੈਗਾ ਜੀ, ਜਿਵੇਂ ਆਨੰਦ ਸਾਹਿਬ ਦੇ ਵਿੱਚ ਜੀਉ ਮੈਲੇ ਬਾਹਰੋਂ ਨਿਰਮਲ। ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿਨੀ ਜਨਮ ਜੂਏ ਹਾਰਿਆ। ਬਾਹਰੋਂ ਮਤਲਬ ਆ ਨਹਾਉਣ ਧੋਣ ਨਾਲ ਤੇ ਤਿਲਕ ਲਾਉਣ ਨਾਲ ਮਤਲਬ ਬਣਨਾ ਚਾਹੁੰਦੇ ਆ ਨਿਰਮਲ, ਪਰ ਅੰਦਰੋਂ ਮੈਲੇ ਆ, ਉਹ ਤਿੰਨ ਜਨਮ ਜੂਏ ਹਾਰਿਆ। ਤੇ ਬਾਅਦ ਚ ਆਈ ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ। ਵੀ ਬਾਹਰੋਂ ਮਤਲਬ ਨਿਰਮਲ ਹੋ ਹੀ ਨਹੀਂ ਸਕਦਾ ਅਗਰ ਜੀਓ ਨਿਰਮਲ ਨਹੀਂ ਹੈਗਾ। ਮਤਲਬ ਅਗਰ ਅੰਦਰੋਂ ਅੰਨਾ ਤੇ ਬਾਹਰੋਂ ਵੀ ਅੰਨਾ ਹੀ ਹੋਏਗਾ ਜੀ। ਮਤਲਬ ਸੇਮ ਸ਼ਬਦ ਹੀ ਹੈਗਾ ਜੀ, ਇਹ ਵੀ ਬਿਲਕੁਲ ਸੇਮ ਹੈਗਾ। ਇਹਦੇ ਨਾਲ ਜਿਹੜਾ ਹੈਗਾ ਐਕਚੁਅਲੀ ਜਿਹੜਾ ਹੈਗਾ ਮਹਾਰਾਜ ਕਹਿੰਦੇ ਆ ਮੁਖੋਂ ਹਰ ਹਰ ਕਹਾਵੈ। ਖਾਲੀ ਦੇਖੋ ਆਪਾਂ ਖਾਲੀ ਬਾਹਰਲੀ ਜਾਂ ਬਾਹਰਲਾ ਨਹਾਉਣ ਧੋਣ ਤੇ ਬਾਹਰਲਾ ਡਰੈਸ ਕੋਡ ਲੈ ਲਿਆ ਆਪਾਂ ਨੇ। ਨਹੀਂ, ਮਹਾਰਾਜ ਤਾਂ ਕਹਿੰਦੇ ਜੋ ਤੂੰ ਬੰਦਗੀ ਕਰ ਰਿਹਾ, ਜੋ ਤੂੰ ਪਾਠ ਕਰ ਰਿਹਾ, ਜੋ ਤੂੰ ਨਾਮ ਜਪ ਰਿਹਾ ਆ, ਉੱਥੇ ਜਿਹੜਾ ਮਹਾਰਾਜ ਤਾਂ ਇੱਥੇ ਤੱਕ ਜਾ ਰਿਹਾ, ਬਾਣੀ ਤਾਂ ਇੱਥੇ ਤੱਕ ਜਾ ਰਹੀ ਹੈ। ਮੁਖੋਂ ਹਰ ਹਰ ਕਹਾਵੈ। ਮੈਜੋਰਿਟੀ ਬਾਹਰੋਂ ਹੀ ਨਿਰਮਲ ਹੋਣਾ, ਬਾਹਰੋਂ ਹੀ ਮਤਲਬ ਸਜਾਕੇ ਹੋਣਾ ਲੋਚਦੇ ਆ। ਨਹੀਂ ਇਹਦੇ ਵਿੱਚ ਨਹੀਂ ਕੋਸ਼ਿਸ਼ ਕਰਦੇ। ਨਹੀਂ, ਇਹਦੇ ਵਿੱਚ ਪਤਾ ਕੀ ਇਹਦੇ ਵਿੱਚ ਫੜਨ ਵਾਲੀ ਗੱਲ ਇਹ ਹੈਗੀ ਵੀ ਮਨ ਜਿਹੜਾ ਹੈਗਾ, ਮਨ ਦੇ ਨਾਲ ਭਗਤੀ ਨਹੀਂ ਕਰਦੇ ਆਪਾਂ ਤਨ ਦੇ ਨਾਲ ਜਿਹੜਾ ਹੈਗਾ ਸਰੀਰ ਦੇ ਨਾਲ ਹੀ ਕਰ ਰਹੇ ਹਾਂ। ਇਹ ਉਹਨੂੰ ਕਰਮ ਕਾਂਡ ਹੋ ਗਏ। ਭਗਤੀ ਧਰਮ ਇਹੀ ਹੋ ਗਿਆ ਨਾ ਜੀ, ਕਰਮ ਧਰਮ ਪਖੰਡ ਹੋ ਗਿਆ ਜੀ। ਹਾਂ, ਭਗਤੀ ਮਨ ਦੀ ਹੈਗੀ ਆ। ਮਨ ਦੇ ਨਾਲ ਭਗਤੀ ਕਰਨੀ ਹੈ, ਮਨ ਨੂੰ ਫੜਨਾ ਹੈ, ਮਨ ਨੂੰ ਪਹਿਲੇ ਸੱਟੇ ਮਨ ਨੂੰ ਫੜਨਾ ਹੈ।
ਹੰਸ ਵੀਰ ਜੀ ਦੂਧ ਕਰਨ ਤੇ ਸੁਰਤ ਸਮਾਨ ਸੁਰਤੀ ਨਹੀਂ ਇਧਰ ਲੱਗੇ। ਹਾਂ ਬਿਲਕੁਲ, ਹੰਸਾਂ ਵਿੱਚ ਬੈਠਾ ਬੱਗ ਨਾ ਬਣੀ। ਕਹਿੰਦੇ ਬੱਗ ਹੰਸ ਨਹੀਂ ਬਣ ਸਕਦਾ ਭਾਈ। ਭਾਵੇਂ ਬੈਠਣ ਦੇ ਨਾਲ ਜੇ ਜਾ ਕੇ ਆਪਾਂ ਗੁਰਮੁਖਾਂ ਦੇ ਵਿੱਚ ਬੈਠ ਜਾਈਏ ਤੇ ਆਪਾਂ ਗੁਰਮੁਖ ਹੋ ਜਾਵਾਂਗੇ ਨਾ। ਨਿਤ ਬੈਠਾ ਮੱਛੀ ਨੂੰ ਤਾਰ ਲਾਵੇ। ਅੰਦਰ ਤੇ ਆਪਣੇ ਮੱਛੀਆਂ ਚਾਹੀਦੀਆਂ ਆਪਾਂ ਨੂੰ। ਅੰਦਰ ਖੁਰਾਕ ਤਾਂ ਆਪਣੀ ਮੱਛੀਆਂ ਦੀ ਹੈ। ਅੰਦਰ ਤਾਂ ਜਿਹੜਾ ਹੈਗਾ ਆਪਣੇ ਜਿਹੜੇ ਹੈਗੇ ਸਾਰੇ ਦੁਨੀਆ ਦੇ ਪਦਾਰਥ ਚਾਹੀਦੇ। ਜਾਂ ਹੰਸ ਸਭਾ ਵਿਚਾਰ ਕਰ ਦੇਖਣੇ ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੇ। ਹੰਸ ਜਿਹੜੇ ਹੈਗੇ ਉਹਨਾਂ ਨੇ ਪਤਾ ਲੱਗ ਜਾਣਾ, ਉਹਨਾਂ ਨੂੰ ਧਿਆਨ ਸਿਮਰਨ ਕਰਨ ਵਾਲਿਆਂ ਨੂੰ ਫੱਟ ਪਤਾ ਲੱਗ ਜਾਂਦਾ। ਅਗਲਾ ਬੰਦਾ ਉਹਨੇ ਇੱਕ ਬੋਲ ਬੋਲਿਆ, ਇੱਕ ਅੱਖਰ ਬੋਲਿਆ, ਇੱਕ ਲਾਈਨ ਬੋਲੂਗਾ, ਉਹਨੂੰ ਪਤਾ ਲੱਗ ਜਾਏਗਾ ਵੀ ਕਿੱਥੋਂ ਬੋਲ ਰਿਹਾ। ਇਹ ਰੇਡੀਓ ਸਟੇਸ਼ਨ ਕਿਹੜਾ ਸਟੇਸ਼ਨ ਹੈਗਾ ਇਹ। ਜਾਂ ਹੰਸ ਸਭਾ ਵਿਚਾਰ ਕਰ ਦੇਖਣ ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੇ। ਹੰਸਾਂ ਹੀਰਾ ਮੋਤੀ ਚੁਗਣਾ ਬੱਗ ਡੱਡਾਂ ਭਾਲਣਗੇ ਜਾਵੇ। ਦੇਖੋ ਉਹਨਾਂ ਦੀ ਰਿਕੁਆਇਰਮੈਂਟ ਹੀ ਅਲੱਗ ਹੈ। ਉਹਨਾਂ ਦਾ ਜਿਹੜਾ ਖਾਣਾ ਹੀ ਅਲੱਗ ਹੈ। ਹੰਸ ਜਿਹੜੇ ਹੈਗੇ ਉਹਨਾਂ ਨੇ ਸੰਗਤ ਦੇ ਵਿੱਚ ਜਿਹੜੇ ਹੈਗੇ ਹੀਰੇ ਮੋਤੀ ਜਿਹੜੇ ਹੈਗੇ ਗੁਣ ਲੈਣੇ ਆ, ਆਪਣੇ ਪਤੀ ਨੂੰ ਰਿਝਾਉਣਾ ਹੈ। ਉਹਦੇ ਵਾਸਤੇ ਉਹਨਾਂ ਨੇ ਆਪਣੇ ਆਪ ਨੂੰ ਆਪਣੇ ਅੰਦਰ ਆਪਣੇ ਅਵਗੁਣ ਦੂਰ ਕਰਨੇ। ਉਹਨਾਂ ਨੇ ਗੁਣ ਆ ਗਏ ਤੇ ਅਵਗੁਣ ਗਏ। ਤੇ ਜਿਹੜਾ ਇਹ ਹੈਗਾ ਬੱਗ ਇਹਦਾ ਹੈਗਾ ਇਹਨੇ ਜਿਹੜਾ ਮੱਛੀਆਂ ਤਾਰਨੀਆਂ, ਉੱਥੇ ਵੀ ਬੱਗ ਡੱਡਾਂ ਭਾਲਣ ਜਾਵੇ, ਉੱਥੇ ਵੀ ਡੱਡੀਆਂ ਹੀ ਦੇਖਣੀਆਂ ਇਹਨੇ। ਉਡਰਿਆ ਵਿਚਾਰਾ ਬਗਲਾ ਮਤ ਹੋਵੇ ਮੰਜ ਲਖਾਵੇ। ਫਿਰ ਜਿਹੜਾ ਹੈਗਾ ਔਰ ਜ਼ਿਆਦਾ ਦੇਰ ਟਿਕ ਨਹੀਂ ਸਕਦਾ ਬੰਦਾ। ਜਿਹੜੇ ਬੰਦੇ ਦੇ ਅੰਦਰ ਜਿਹੜਾ ਹੈਗਾ ਅੰਦਰੋਂ ਜਿਹੜਾ ਹੈਗਾ ਜਿਹਦੇ ਅੰਦਰ ਇੰਟਰਸਟ ਹੀ ਨਹੀਂ ਹੈਗਾ ਮਾਲਕ ਪਰਮਾਤਮਾ ਦਾ, ਭਗਤੀ ਕਿਵੇਂ ਹੋ ਸਕਦੀ ਹੈ ਭਾਈ? ਜਦ ਮਨ ਦੇ ਵਿੱਚ ਹੀ ਨਹੀਂ ਹੈਗੀ ਭਗਤੀ, ਮਨ ਦੇ ਵਿੱਚ ਹੀ ਇੰਟਰਸਟ ਹੀ ਨਹੀਂ ਹੈ ਇਸ ਪਾਸੇ ਆਉਣ ਦਾ। ਕਿੰਨੇ ਮਰਜ਼ੀ ਅਵਗੁਣ ਹੋਏ, ਕਿਹੋ ਜਿਹਾ ਮਰਜ਼ੀ ਬਗਲਾ ਹੋਏ, ਮਨ ਦੇ ਵਿੱਚ ਇੰਟਰਸਟ ਆ ਜਾਏ ਬਈ ਮੈਂ ਜਿਹੜਾ ਹੈਗਾ ਮੈਂ ਚੇਂਜ ਹੋਣਾ ਹੈ, ਮੈਨੂੰ ਮੇਰਾ ਪਤੀ ਚਾਹੀਦਾ। ਉੱਡਰਿਆ ਵਿਚਾਰਾ ਬਗਲਾ ਮਤ ਹੋਵੇ ਮੰਜ ਲਿਖਾਵੇ। ਉੱਡ ਕੇ ਚਲਾ ਜਾਂਦਾ ਹੈ। ਫਿਰ ਕਹਿੰਦਾ ਕਿਤੇ ਮੇਰਾ ਜਿਹੜਾ ਹੈਗਾ ਅਸਲੀਅਤ ਜਿਹੜੀ ਹੈਗੀ, ਮੇਰੀ ਪੋਲ ਜਿਹੜੀ ਹੈਗੀ ਖੁੱਲ ਨਾ ਜਾਏ। ਮੰਜ ਹੋਵੇ ਮਤ ਹੋਵੇ ਮੰਜ ਲਿਖਾਵੇ। ਮੰਜ ਕਹਿੰਦੇ ਆ ਕਿਤੇ ਮੇਰਾ ਅਸਲ ਅੰਦਰਲਾ ਪ੍ਰਗਟ ਨਾ ਹੋ ਜਾਏ। ਜਿਤ ਕੋ ਲਾਇਆ ਤਿਤ ਹੀ ਲਾਗਾ ਕਿਸ ਦੋਸ਼ ਦੀ ਇੱਛਾ ਜਾਂ ਹਰ ਇਹ ਵੈ ਭਾਵੈ। ਇਹ ਡੱਡੀਆਂ, ਇਹ ਮੱਛੀਆਂ, ਇਹ ਪਾਰਪੁਰਖ, ਇਹ ਹੰਸ ਤੇ ਬਗਲਾ, ਇਹ ਮਾਲਕ ਪਰਮਾਤਮਾ ਦੀ ਖੇਡ ਹੈਗੀ। ਉਹਨੇ ਲਾਇਆ ਹੈ, ਜੀਵ ਭੇਜ ਦਿੰਦਾ ਹੈ। ਬਸ ਉਹਨਾਂ ਦਾ ਜਿਹੇ ਜਿਹਾ ਐਨਵਾਇਰਮੈਂਟ ਹੈ, ਜਿਹੇ ਉਹਨਾਂ ਦੀ ਚੋਇਸ ਹੈਗੀ, ਉਹ ਆਪਣੇ ਹਿਸਾਬ ਦੇ ਨਾਲ ਕਰਦੇ ਆ। ਫਿਰ ਠੋਕਰਾਂ ਖਾਂਦੇ ਆ। ਇਹਦੇ ਨਾਲ ਜਿਹੜਾ ਪਦਾਰਥ ਪਰਪੁਰਸ਼ ਦੇ ਨਾਲ ਜਿਹੜਾ ਚੈਨ ਨਹੀਂ ਹੈ, ਉਹਦੇ ਵਿੱਚ ਸਵਾਦ ਆ, ਉਹਦੇ ਵਿੱਚ ਜਿਹੜਾ ਹੈਗਾ ਸੰਤੋਸ਼ ਹੈ ਨਹੀਂ ਗਾ ਉਹਦੇ ਵਿੱਚ। ਤੇ ਆਪਣੇ ਆਪ ਠੋਕਰਾਂ ਖਾ ਕੇ ਇਨਸਾਨ ਜਿਹੜਾ ਹੈਗਾ ਫਿਰ ਆ ਜਾਂਦਾ ਇਸ ਪਾਸੇ। ਆਹੀ ਗੇਮ ਆ, ਇਸੇ ਤਰ੍ਹਾਂ ਚੱਲਦੀ ਰਹਿਣੀ ਹੈ। ਜਿਤ ਕੋ ਲਾਇਆ ਤਿਤ ਹੀ ਲਾਗਾ ਕਿਸ ਦੋਸ਼ ਦੀਛੈ ਜਾਂ ਹਰ ਇਹ ਵੈ ਭਾਵੈ। ਕਹਿੰਦੇ ਦੋਸ਼ ਕਿਹਨੂੰ ਦੇਈਏ? ਉਹ ਮਾਲਕ ਪਰਮਾਤਮਾ ਨੂੰ ਇਹੀ ਚਾਹੁੰਦਾ ਹੈ। ਉਹਨੇ ਬਣਾਇਆ ਹੀ ਇਹ ਗੇਮ, ਤਾਂ ਆਹੀ ਤਾਂ ਗੇਮ ਬਣਾਈ ਹੋਈ ਹੈ। ਇਹ ਗੇਮ ਨੂੰ ਜਿਹੜਾ ਆਪਾਂ ਮਾੜਾ ਕਿਵੇਂ ਕਹਿ ਸਕਦੇ ਹਾਂ ਭਾਈ? ਜਿਤ ਕੋ ਲਾਇਆ ਤਿਤ ਹੀ ਲਾਗਾ ਕਿਸ ਦੋਸ਼ ਦੀਛੈ ਜਾਂ ਹਰ ਇਹ ਵੈ ਭਾਵੈ। ਸਤਿਗੁਰ ਸਰਵਰ ਰਤਨੀ ਭਰਪੂਰੇ ਜਿਸ ਪ੍ਰਾਪਤ ਸੋ ਪਾਵੈ। ਬ੍ਰਹਮ ਗਿਆਨੀ ਸਤਿਗੁਰੂ ਕਹਿੰਦੇ ਸਰੋਵਰ ਹੈ ਰਤਨਾਂ ਦੇ ਨਾਲ, ਇਹਨਾਂ ਦੇ ਵਿੱਚ ਗੁਣ ਹੀ ਗੁਣ ਪਏ ਆ। ਬਿਲਕੁਲ ਪਤੀ ਨੂੰ ਮਿਲਾ ਦੇਗਾ। ਜਿਸ ਪ੍ਰਾਪਤ ਸੋ ਪਾਵੈ, ਜਿਹਨੂੰ ਸੰਗਤ ਹੈ, ਜਿਹੜਾ ਦਿਲੋਂ ਲੈਣਾ ਚਾਹੁੰਦਾ ਹੈ ਉਹ ਪਾ ਲੈਂਦਾ ਇਹ ਰਤਨ। ਸਿੱਖ ਹੰਸ ਸਰਵਰੇ ਇਕੱਠੇ ਹੋਏ ਸਤਿਗੁਰ ਕੇ ਹੁਕਮ ਆਵੇ। ਔਰ ਸਿੱਖ ਜਿਹੜੇ ਹੈਗੇ, ਹੰਸ ਜਿਹੜੇ ਹੈਗੇ, ਇਹ ਦੇਖੋ ਆਪਾਂ ਕੀ ਕਰ ਰਹੇ ਹਾਂ? ਆਪਾਂ ਸਤਿਗੁਰੂ ਸਰਵਰ ਹੈਗਾ ਉਹਦੇ ਸਾਰੇ ਇਕੱਠੇ ਹੋਏ ਆ। ਇੱਥੋਂ ਲੈ ਰਹੇ ਗੁਣ ਸਤਿਗੁਰੂ ਦੇ ਹੁਕਮ ਦੇ ਨਾਲ। ਪੰਜਵੀਂ ਪਾਤਸ਼ਾਹੀ ਬੋਲ ਰਹੀ ਹੈ। ਕਮਾਲ ਹੀ ਹੋਇਆ ਪਿਆ ਜੀ, ਕਮਾਲ ਹੀ ਹੋਇਆ ਪਿਆ। ਸਤਿਗੁਰ ਸਰਵਰ
ਰਤਨੀ ਭਰਪੂਰੇ ਜਿਸ ਪ੍ਰਾਪਤ ਸੋ ਪਾਵੈ। ਸਿੱਖ ਹੰਸ ਸਰਵਰ ਇਕੱਠੇ ਹੋਏ ਸਤਿਗੁਰ ਕੇ ਹੁਕਮ ਆਵੈ। ਰਤਨ ਪਦਾਰਥ ਮਾਣਕ ਸਰਵਰੇ ਭਰਪੂਰੇ ਖਾਏ ਖਰਚ ਰਹੇ ਟੋਟ ਨਾ ਆਵੈ। ਕਹਿੰਦੇ ਸਤਿਗੁਰੂ ਕੋਲ ਇੰਨੇ ਪਦਾਰਥ ਆ, ਇੰਨੇ ਮਾਣਕ ਆ ਗਏ, ਕਹਿੰਦੇ ਭਰਪੂਰ, ਕਹਿੰਦੇ ਖਰਚੀ ਜਾ, ਖਾ ਹੀ ਜਾ ਰਹੇ ਤੇ ਖਰਚੀ ਜਾ ਰਹੇ। ਖਰਚਣਾ ਕੀ ਹੈਗਾ? ਜਿਹੜੇ ਗੁਣ ਲੈ ਲਏ ਆਪਾਂ, ਆ ਗੁਣਾਂ ਦੇ ਨਾਲ ਆਪਾਂ ਵਿਆਜਾਂਗੇ ਤੇ ਆਪਾਂ ਨੂੰ ਕੀ ਮਿਲੂਗਾ? ਆਪਾਂ ਨੂੰ ਸ਼ਾਂਤੀ ਮਿਲੇਗੀ, ਖੁਸ਼ੀ ਆਏਗੀ। ਬਸ ਸਤਿਗੁਰੂ ਦੇ ਅਨੁਸਾਰ ਚੱਲੀਏ, ਧਿਆਨ ਸਿਮਰਨ ਕਰੀਏ, ਗੁਣ ਲਈਏ ਤੇ ਬਸ ਦੂਸਰੇ ਦੇ ਨਾਲ ਫਿਰ ਆਪਾਂ ਥੋੜ੍ਹੀ ਨਾ ਕਿਸੇ ਨਾਲ ਬੈਰ ਵਿਰੋਧ ਕਰਾਂਗੇ। ਉਸੇ ਵੇਲੇ ਚੈਨ ਆਉਣਾ ਸ਼ੁਰੂ ਹੋ ਜਾਏਗਾ ਭਾਈ, ਉਸੇ ਵੇਲੇ ਸ਼ਾਂਤੀ ਖੁਸ਼ੀ ਆ ਜਾਏਗੀ ਜੀਵਨ ਦੇ ਵਿੱਚ। ਆਇਆ ਖਰਚਣਾ। ਰਤਨ ਪਦਾਰਥ ਮਾਣਕ ਸਰਵਰੇ ਭਰਪੂਰੇ ਖਾਏ ਖਰਚ ਰਹੇ ਟੋਟ ਨਾ ਆਵੈ। ਸਰਵਰ ਹੰਸ ਦੂਰ ਨਾ ਹੋਈ ਕਰਤੇ ਇਹ ਵੈ ਭਾਵੈ। ਆ ਮਾਲਕ ਪਰਮਾਤਮਾ ਦਾ ਕਾਨੂੰਨ ਹੈਗਾ ਭਾਈ। ਜਿਹੜੇ ਹੰਸ ਹੈਗੇ, ਜਿਨ੍ਹਾਂ ਨੇ ਆਪਣੀ ਮੈਲ ਜਿਹੜੀ ਹੈਗੀ ਉਹ ਦੂਰ ਕਰ ਲੈਣੀ ਆ, ਉਹਨਾਂ ਨੇ। ਹੰਸ ਕੌਣ ਆ? ਹੰਸ ਉਹ ਹੈਗੇ ਜਿਹੜੇ ਆਪਣੇ ਮਨ ਨੂੰ ਜਿਹੜਾ ਹੈਗਾ ਧੋਣਾ ਸ਼ੁਰੂ ਕਰ ਦਿੰਦੇ ਆ। ਉਹ ਹੰਸ ਹੈਗੇ, ਉਹਨਾਂ ਨੇ ਹੰਸ ਹੋ ਜਾਣਾ ਹੈ। ਉਹ ਹੰਸ ਸੀਗੇ, ਬਗਲੇ ਬਣੇ ਹੋਏ ਸੀਗੇ। ਸਰਵਰ ਹੰਸ ਦੂਰ ਨਾ ਹੋਈ, ਉਹ ਸਰਵਰ ਤੋਂ ਦੂਰ ਨਹੀਂ ਚਾਹੁੰਦੇ। ਕਰਤੇ ਵੇ ਭਾਵੇਂ, ਆ ਮਾਲਕ ਪਰਮਾਤਮਾ ਦਾ ਕਾਨੂੰਨ ਹੈਗਾ ਭਾਈ। ਆਪਾਂ ਵੀ ਹੰਸ ਬਣੀਏ, ਮਨ ਨੂੰ ਜਿਹੜਾ ਹੈਗਾ ਫੜੀਏ। ਜਨ ਨਾਨਕ ਜਿਸ ਦਾ ਮਸਤਕੇ ਭਾਗ ਤੁਰੇ ਲਿਖਿਆ ਸੋ ਸਿੱਖ ਗੁਰੂ ਪੈ ਆਵੈ। ਆ ਲੋ ਹੰਸ ਆ ਗਿਆ। ਜਿਹਨੇ ਪਹਿਲਾਂ ਚੁਆਇਸ ਕੀਤੀ ਆ, ਮੱਥੇ ਤੇ ਭਾਗ ਹੈਗੇ ਆ ਤੁਰੇ ਦੇ ਨਾਲ ਜਿਹੜੇ ਜੁੜਨ ਦੇ। ਬਸ ਇੱਛਾ ਚਾਹੀਦੀ ਆ ਭਾਈ, ਔਰ ਲਗਨ ਚਾਹੀਦੀ ਹੈ, ਔਰ ਜਿਹੜਾ ਹੈਗਾ ਸੱਚਾਈ ਚਾਹੀਦੀ ਹੈ। ਇੱਥੇ ਜਿਹੜਾ ਹੈਗਾ ਡੁਐਲਿਟੀ ਜਾਂ ਇੱਥੇ ਜਿਹੜੀ ਹੈਗੀ ਆ ਉਹ ਨਹੀਂ ਚੱਲੇਗੀ ਭਾਈ। ਅੰਦਰੋਂ ਕੁਛ ਤੇ ਬਾਹਰੋਂ ਕੁਛ। ਜਨ ਨਾਨਕ ਜਿਸ ਦੇ ਮਸਤਕੇ ਭਾਗ ਤੁਰੇ ਲਿਖਿਆ ਸੋ ਸਿੱਖ ਗੁਰੂ ਪੈ ਆਵੈ। ਫਿਰ ਆਪ ਤਰਿਆ ਕੁਟੰਬ ਸਭ ਤਾਰੇ ਸਭਾ ਸ੍ਰਿਸ਼ਟ ਛਡਾਵੈ। ਆਪ ਵੀ ਤਰ ਜਾਂਦਾ ਹੈ, ਜਿਹੜਾ ਕੁਟੰਬ ਸੰਗੀ ਸਾਥੀ ਜਿਹੜੇ ਹੁੰਦੇ ਆ ਉਹ ਵੀ ਤਰ ਜਾਂਦੇ ਆ। ਔਰ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਆ ਉਹ ਇਸੇ ਤਰੀਕੇ ਦੇ ਨਾਲ ਇਹ ਬ੍ਰਹਮ ਗਿਆਨੀ ਹੀ ਤਾਰਦੇ ਆ। ਇਹਨਾਂ ਦੇ ਕੋਲ ਹੀ ਮਾਲਕ ਪਰਮਾਤਮਾ ਨੇ ਇਹਨਾਂ ਦੀ ਡਿਊਟੀ ਲਾਈ ਹੋਈ ਹੈ। ਮਹੱਲਾ ਪੰਜਵਾਂ। ਪੰਡਿਤ ਆਖਾਏ ਬਹੁਤੀ ਰਾਹੀਂ ਕੋਰਰ ਮੋਠ ਜਨੇਹਾ। ਮੋਠਾਂ ਦੀ ਦਾਲ ਜਿਹੜੀ ਜਿਹਨੇ ਖਾਧੀ ਆ ਉਹਦੇ ਵਿੱਚ ਜਿਹੜਾ ਹੈਗਾ ਇੱਕ ਕੋੜਕੂ ਹੁੰਦਾ ਹੈ। ਉਹ ਕੋੜਕੂ ਜਿਹੜਾ ਹੈ ਜਿੰਨੀਆਂ ਮਰਜ਼ੀ ਕੁੱਕਰ ਦੀਆਂ ਸੀਟੀਆਂ ਵਜਾ ਲਓ, ਉਹਨੇ ਉਸੇ ਤਰੀਕੇ ਦੇ ਨਾਲ ਦੰਦਾਂ ਦੇ ਥੱਲੇ ਆਊਗਾ ਤੇ ਕਰਚ ਕਰਨਾ ਉਹਨੇ, ਕਟਰ ਕਰਨਾ ਉਹਨੇ। ਉਹ ਕੋੜਕੂ ਨੇ, ਉਹ ਨਹੀਂ ਗਲਦਾ। ਪੰਡਤ ਆਖਾਏ ਬਹੁਤੀ ਰਾਹੀਂ, ਔਰ ਆਪਣੇ ਆਪ ਨੂੰ ਆਪਾਂ ਗਿਆਨੀ ਅਖਵਾਉਂਦੇ ਹਾਂ। ਗਿਆਨੀ ਅਖਵਾਉਂਦੇ ਹਾਂ, ਔਰ ਬਹੁਤ ਸਾਰੇ ਜਿਹੜੇ ਹੈਗੇ ਬਹੁਤ ਇੱਧਰੋਂ ਵੀ ਗਿਆਨ ਲੈ ਲਓ, ਇੱਧਰੋਂ ਵੀ ਲੈ ਲਓ, ਇੱਧਰ ਇਹਦੇ ਕੋਲ ਵੀ ਚਲੇ ਜਾਓ, ਇਹਦੇ ਕੋਲ ਵੀ ਚਲੇ ਜਾਓ, ਆਹ ਵੀ ਕਰ ਲਓ, ਆਹ ਵੀ ਕਰ ਲਓ। ਪਰ ਕੋਰੜ ਮੋਠ ਜਨੇਹਾ, ਅੰਦਰ ਤਾਂ ਬਿਲਕੁਲ ਭੇਜੀ ਨਹੀਂ ਰਿਹਾ। ਅੰਦਰ ਕੋਈ ਉਸ ਤਰ੍ਹਾਂ ਹੀ ਕੜਕ ਦਾ ਕੜਕ ਪਿਆ ਹੋਇਆ। ਕਹਿੰਦੇ ਕੋੜਕੂ ਵਰਗਾ ਹੈ ਭਾਈ, ਕੋੜਕੂ ਵਰਗਾ ਹੈ। ਗਿਆਨ ਨੂੰ ਆਪ ਲੈ ਹੀ ਨਹੀਂ ਰਿਹਾ, ਅੰਦਰ ਭੇਜ ਨਹੀਂ ਰਿਹਾ। ਗਿਆਨ ਦੇ ਅਨੁਸਾਰ ਜਿਹੜਾ ਹੈਗਾ ਇਹਦੇ ਅੰਦਰ ਕੋਈ ਚੇਂਜ ਆ ਹੀ ਨਹੀਂ ਰਿਹਾ। ਮਨ ਨੂੰ ਇਹਦੇ ਮਨ ਨੂੰ ਕੋਈ ਪਰਿਵਰਤਨ ਹੀ ਨਹੀਂ ਹੋ ਰਿਹਾ। ਉਹ ਆਪਣੇ ਆਪ ਨੂੰ ਪੰਡਤ ਅਖਵਾ ਰਿਹਾ, ਗਿਆਨੀ ਅਖਵਾ ਰਿਹਾ, ਧਿਆਨੀ ਅਖਵਾ ਰਿਹਾ, ਭਗਤ ਅਖਵਾ ਰਿਹਾ। ਪੰਡਿਤ ਅਖਾਏ ਬਹੁਤੀ ਰਾਹੀਂ, ਬਹੁਤ ਗਿਆਨ ਇੰਨਾ ਭਰਪੂਰ, ਹਰ ਮੂੰਹ ਦੇ ਨਾਲ ਕਿਸੇ ਦੇ ਨਾਲ ਵੀ ਚਰਚਾ ਕਰ ਲੂਗਾ ਗਿਆਨ ਦੇ ਨਾਲ। ਜਿੰਨੀ ਮਰਜ਼ੀ ਚਰਚਾ ਕਰ ਲਓ, ਪਰ ਅੰਦਰ ਜਿਹੜਾ ਹੈਗਾ ਉਹ ਗਿਆਨ ਦਾ ਕੋਈ ਅਸਰ ਹੀ ਨਹੀਂ ਹੈ। ਪੰਡਤ ਆਖਾਏ ਬਹੁਤੀ ਰਾਹੀਂ ਕੋਰੜ ਮੋਠ ਜਨੇਹਾ। ਅੰਦਰ ਮੋਹ ਨਿਤ ਭਰਮੇ ਵਿਆਪਿਆ ਤਿਸ਼ਟਸ ਨਾਹੀ ਦੇਹਾ। ਕਹਿੰਦੇ ਅੰਦਰ ਤਾਂ ਮੋਹ ਆ ਮਾਇਆ ਦਾ, ਪਦਾਰਥਾਂ ਦਾ, ਸਵਾਦ ਦਾ, ਆਕਾਰ ਦਾ। ਨਿਤ, ਔਰ ਨਿਤ ਜਿਹੜਾ ਹੈ ਮਾਇਆ ਨੇ ਭੁਲਾਇਆ ਹੋਇਆ ਹੈ। ਨਿਤ ਦਾ ਕੰਮ ਹੈ 24 ਘੰਟੇ 24/7 ਅੰਦਰ ਬਾਹਰੋਂ ਪੰਡਤ ਆ, ਅੰਦਰ ਜਿਹੜਾ ਹੈਗਾ
ਮਾਇਆ ਚਾਹੀਦੀ ਹੈ, ਪਦਾਰਥ ਚਾਹੀਦੇ, ਸਵਾਦ ਚਾਹੀਦੇ, ਰਸ ਚਾਹੀਦੇ। ਅੰਦਰ ਮੋਹ ਨਿਤ ਪਰਮੇ ਵਿਆਪਿਆ, ਨਿਤ ਕੋਈ ਦਿਨ ਖਾਲੀ ਨਹੀਂ ਜਾਂਦਾ। ਤਿਸ਼ਟਸ ਨਾਹੀ ਦੇਹਾ, ਨਹੀਂ ਪਾਏ ਸੈਟਿਸਫੈਕਸ਼ਨ ਨਹੀਂ ਆਏਗਾ। ਇਹ ਮਨੁੱਖਾ ਸਰੀਰ ਪਾਈ ਹੈ, ਇਸ ਤਰ੍ਹਾਂ ਹੀ ਸੜਦੀ ਰਹੇਗੀ ਤ੍ਰਿਸ਼ਨਾ ਦੀ ਅੱਗ ਦੇ ਵਿੱਚ। ਕੂੜੀ ਆਵੇ ਕੂੜੀ ਜਾਵੇ, ਮਾਇਆ ਕੀ ਨਿਤ ਜੋਹਾ। ਬਸ ਕਹਿੰਦੇ ਆਉਂਦਾ ਹੈ ਝੂਠ ਦੇ ਨਾਲ ਔਰ ਉਸੇ ਤਰੀਕੇ ਦੇ ਨਾਲ ਚਲੇ ਜਾਂਦਾ ਹੈ। ਔਰ ਮਾਇਆ ਦੀ ਨਿਤ ਜਿਹੜਾ ਹੈਗਾ, ਆਹੀ ਜਿਹੜਾ ਹੈਗਾ ਉਹਦਾ ਮਾਇਆ ਦਾ ਇਹ ਨਿਤ ਜਿਹੜਾ ਹੈਗਾ ਖਿੱਚ ਹੈਗੀ ਆ। ਜੋਹਾ ਮਤਲਬ ਮਾਇਆ ਚਾਹੀਦੀ ਹੈ, ਮਾਇਆ ਦੇ ਦਰਸ਼ਨ ਚਾਹੀਦੇ, ਨਿਤ ਦਾ ਆਹੀ ਕੰਮ ਹੈਗਾ। ਔਰ ਸੰਗਤ ਦੇ ਵਿੱਚ ਆਉਂਦਾ ਹੈ, ਅਸੰਗਤ ਜਾਂ ਸੰਗਤ ਦੇ ਵਿੱਚ ਆਊਗਾ, ਝੂਠਾ ਹੀ ਆਊਗਾ ਤੇ ਝੂਠਾ ਹੀ ਜਾਊਗਾ। ਕੁਛ ਲੈਣਾ ਨਹੀਂ ਹੈ, ਕੜਕ ਦਾ ਕੜਕ ਆਊਗਾ, ਕੜਕ ਦਾ ਕੜਕ ਚਲੇ ਜਾਊਗਾ, ਕੋੜਕੂ ਦਾ ਕੋੜਕੂ ਹੀ ਰਹੂਗਾ। ਆਇਆ ਕੂੜੀ ਆਵੇ ਕੂੜੀ ਜਾਵੇ, ਮਾਇਆ ਕੀ ਨਿਤ ਜੋਹਾ। ਕਿਉਂ? ਕਿਉਂਕਿ ਅੰਦਰ ਜਿਹੜਾ ਹੈਗਾ ਮਨ ਜਿਹੜਾ ਹੈਗਾ ਉਹ ਕੋੜਕੂ ਬਣਿਆ ਹੋਇਆ, ਉਹਨੂੰ ਮਾਇਆ ਚਾਹੀਦੀ। ਸੱਚ ਕਹੇ ਤਾਂ ਛੋਹ ਆਵੇ, ਅੰਤਰ ਬਹੁਤ ਰੋਹਾ। ਕੋਈ ਸੱਚ ਕਹਿ ਦਿੰਦਾ ਹੈ, ਸੱਚ ਦੀ ਗੱਲ, ਪ੍ਰਮਾਤਮਾ ਦੀ ਗੱਲ, ਭਗਤੀ ਦੀ ਗੱਲ, ਜਾਂ ਇਹਦੀ ਜਿਹੜੀ ਹੈਗੀ ਪਾਈ ਅੰਦਰ ਆਪਣੇ ਮਨ ਨੂੰ ਫੜ ਤੇ ਬਸ ਭੜਕ ਜਾਏਗਾ, ਇੱਕਦਮ ਛੋਹ ਹੋ ਜਾਏ, ਛੋਹ ਆਵੇ, ਜਿਵੇਂ ਬਿੱਛੂ ਡੰਗ ਮਾਰ ਗਿਆ। ਸੱਚ ਕਹੇ ਤਾਂ ਛੋਹ ਆਵੇ, ਅੰਤਰ ਬਹੁਤ ਰੋਹਾ, ਅੰਦਰ ਬਹੁਤ ਗੁੱਸਾ ਆ ਜਾਏਗਾ, ਫਿਰ ਸੁਣਨਾ भी नहीं पसंद करेगा वो। सच कहे ता छोह आवे, अंतर बहुत बहुता रोहा। व्याप्या दुर्मत कुबुद्ध कमूढ़ा, मने लागा तिस मोहा। कहते मन दे विच मोह है, पदार्थ है, परपुरुष है, माया हैगी। व्याप्या दुर्मत भैड़ी मत, नहीं छड़दा अपनी मत। कुबुद्ध बुद्धि नहीं है, कुबुद्धि हैगी है, माड़े पासे न जाओगी। उपाधि मन जिहड़ा हैगा उपद्रव करता रहेगा। कुमूड़ा, कुमूड़ा कहते हैं बहुत ही मूर्ख। मन लागा तिस मोहा, क्यों मन के अंदर जिहड़ा हैगा मोह है, पदार्थां दा, आकार दा, स्वादां दा। ठग्गे सेती ठग रलिया रल आया, साथ भी इक्को जिहा। और इहदी संगत भी उही जी होएगी, उन्हां दे कोल ही जाऊगा, ठग्गां दे कोल। ਜਿਹੇ ਜੇ ਆਪ ਤੇ ਠੱਗ ਗਿਆ ਉਹ ਜਿਹੇ ਉਹ ਹੈਗੇ, ਇੱਕੋ ਜਿਹਾ ਸਾਥ ਆ ਉਹਨਾਂ ਦੀ ਸੰਗਤ, ਉਹਨੇ ਉਹੀ ਉਸੇ ਸੰਗਤ 'ਚ ਜਾ ਕੇ ਬੈਠਣਾ ਹੈ। ਸਤਿਗੁਰ ਸਰਾਫ ਨਜ਼ਰੀ ਵਿੱਚ ਦੋ ਕੱਢੈ, ਤਾਂ ਉਗੜ ਆਇਆ ਲੋਹਾ। ਸਰਾਫ ਜਿਹੜਾ ਹੈਗਾ ਸਤਿਗੁਰੂ ਸਰਾਫ ਹੈਗਾ, ਇਹਨੇ ਨਾਮ ਦਾ ਬਿਜ਼ਨਸ ਕਰਾਉਣਾ ਹੈ। ਕਹਿੰਦੇ ਨਾਮ ਦਾ ਬਿਜ਼ਨਸ ਕਰਾਉਣ ਵਾਸਤੇ ਜਿਹੜਾ ਜਦ ਦੇਖਦਾ ਹੈ ਸਤਿਗੁਰੂ ਸਰਾਫ, ਤੇ ਜਿਹੜਾ ਅੰਦਰ ਤਾਂ ਕਹਿੰਦੇ ਉਹ ਤਾਂ ਇੰਟਰਸਟ ਹੀ ਨਹੀਂ ਹੈਗਾ, ਉਹ ਤਾਂ ਲੋਹਾ ਹੈਗਾ ਅੰਦਰ, ਹੋਰ ਸੋਨਾ ਬਣਨਾ ਹੀ ਨਹੀਂ ਉਹਨੇ, ਉਹਦਾ ਇੰਟਰਸਟ ਹੀ ਨਹੀਂ ਹੈ, ਉਹਨੇ ਧਿਆਨ ਸਿਮਰਨ ਕਰਨਾ ਹੀ ਨਹੀਂ, ਉਹਨੇ ਭਗਤੀ ਕਰਨੀ ਨਹੀਂ, ਉਹਨੇ ਬਾਣੀ ਵਿਚਾਰਨੀ ਨਹੀਂ ਹੈ। ਸਤਿਗੁਰ ਸਰਾਫ ਨਜ਼ਰੀ ਵਿੱਚ ਤੋਂ ਕੱਢੈ, ਤਾਂ ਉਗੜਾਇਆ ਲੋਹਾ। ਬਹੁਤ ਤੇਰੀ ਥਾਈਂ ਰਲਾਏ ਦਿੱਤਾ, ਉਗੜਿਆ ਪੜਦਾ, ਅੱਗੇ ਆਏ ਖਲੋਹਾ। ਬਹੁਤੀ ਥਾਈਂ ਜਿਹੜਾ ਹੈਗਾ ਉਹਨੂੰ ਸੰਗਤ ਦਿੱਤੀ, ਰਲਾ ਕੇ ਦੇਖ ਲਿਆ ਭਾਈ, ਜਿਹੜਾ ਹੈਗਾ ਸੋਨੇ ਦੇ ਨਾਲ, ਗਹਿਣਿਆਂ ਦੇ ਨਾਲ ਰਲਾ ਕੇ ਰੱਖ ਕੇ ਦੇਖ ਲਿਆ, ਪਰ ਜਿਹੜਾ ਹੈਗਾ ਉਹਦਾ ਵਾਪਸ ਜਿਹੜਾ ਕਹਿੰਦੇ ਉਹ ਤਾਂ ਉਹਦੀ ਜਿਹੜੀ ਹੈਗੀ ਉੱਪਰਲਾ ਪਰਤ ਜਿਹੜੀ ਨਿਕਲ ਜਾਂਦੀ ਹੈ, ਅੰਦਰੋਂ ਜਿਹੜਾ ਹੈਗਾ ਵਾਪਸ ਉਹੀ ਉਹਦਾ ਪੜਦਾ ਅੰਦਰਲਾ ਜਿਹੜਾ ਸਾਹਮਣੇ ਆ ਜਾਂਦਾ ਹੈ ਵਾਪਸ ਕੋੜਕੂ। ਸਤਿਗੁਰ ਕੀ ਜੇ ਸਰਣੀ ਆਵੇ, ਫਿਰ ਮਨੂਰੋਂ ਕੰਚਨ ਹੋਆ। ਜੇ ਕਿਤੇ ਆਪਣਾ ਜਿਹੜਾ ਹੈਗਾ ਮਨ ਕਰਕੇ ਜਿਹੜਾ ਹੈਗਾ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਏ, ਤੇ ਫਿਰ ਕਹਿੰਦੇ ਆ ਕਿਹੇ ਜਿਹਾ ਮਰਜੀ ਕੋੜਕੂ ਹੋਏ, ਉਹ ਵਾਪਸ ਜਿਹੜਾ ਹੈਗਾ ਉਹ ਗਲ ਜਾਏਗਾ। ਜੇ ਮਨ ਦੇ ਵਿੱਚ ਇੱਛਾ ਹੋਏ, ਸਤਿਗੁਰ ਕੀ ਜੇ ਸਰਣੀ ਆਵੇ, ਫਿਰ ਸਰਣੀ ਆਉਣਾ ਕੀ ਹੈ ਬਈ ਗੁਰੂ ਦੀ ਗੱਲ ਮੰਨ ਲੈਣੀ, ਉਸ ਦੇ ਨਾਲ ਉਸ ਹਿਸਾਬ ਦੇ ਨਾਲ ਚੇਂਜ ਕਰਨਾ। ਸਤਿਗੁਰ ਕੀ ਜੇ ਸਰਣੀ ਆਵੇ, ਫਿਰ ਮਨੂਰੋਂ ਕੰਚਨ ਹੋਹਾ। ਜਿਹੇ ਜਿਹਾ ਮਰਜੀ ਮਨੂਰ ਹੋਏ ਪਾਏ,
ਮਹਾਰਾਜ ਜਿਹੜੇ ਹੈਗੇ ਇਹ ਬ੍ਰਹਮ ਗਿਆਨੀ ਜਿਹੜੇ ਹੈਗੇ ਕਹਿੰਦੇ ਤੂੰ ਕਿਹੋ ਜਿਹਾ ਮਰਜੀ ਮਨੂਰ ਹੈਗਾ, ਤੈਨੂੰ ਅਸੀਂ ਗਲਾ ਦਾਂਗੇ, ਤੈਨੂੰ ਅਸੀਂ ਸੋਨਾ ਬਣਾ ਦਾਂਗੇ। ਸਤਿਗੁਰ ਕੀ ਜੇ ਸਰਣੇ ਆਵੈ ਫਿਰ ਮਨੂਰੋਂ ਕੰਚਨ ਹੋਹਾ। ਸਤਿਗੁਰ ਨਿਰਵੈਰ ਪੁੱਤਰ ਸਤਰ ਸਮਾਨੇ ਔਗੁਣ ਕੱਟੇ ਕਰੇ ਸੁਧ ਦੇਹਾ। ਕਹਿੰਦੇ ਗੁਰੂ ਤਾਂ ਨਿਰਵੈਰ ਹੈਗਾ, ਉਹਦੇ ਵਾਸਤੇ ਆਪਣਾ ਪੁੱਤਰ ਕੀ ਹੈ, ਸਤਰੂ ਕੀ ਹੈ, ਇੱਕ ਬਰੋਬਰ ਹੈਗੇ ਸਾਰੇ ਦੇ ਸਾਰੇ। ਉਹ ਨਹੀਂ ਬ੍ਰਹਮ ਗਿਆਨੀ ਦੇਖਦੇ ਪਾਏ ਇਹ ਕੌਣ ਹੈਗਾ, ਇਹ ਕੌਣ ਨਹੀਂ। ਜਿਹੜਾ ਵੀ ਭਾਵੇਂ ਜਿੰਨਾ ਮਰਜੀ ਮੈਲਾ ਕੁਚੇਲਾ ਜਿਹੋ ਜਿਹਾ ਮਰਜੀ ਹੋਏ ਪਾਏ, ਉਹਨਾਂ ਨੇ ਤਾਂ ਅਵਗੁਣ ਕੱਟ ਦੇਣੇ ਆ ਔਰ ਸ਼ੁੱਧ ਕਰ ਦੇਣਾ। ਅਵਗੁਣ ਕਟੇ ਕਰੇ ਸ਼ੁੱਧ ਦੇਹਾ, ਇਹ ਦੇਹੀ ਸ਼ੁੱਧ ਕਰ ਦੇਣੀ ਹੈ, ਇਹ ਮਨ ਨੂੰ ਪਵਿੱਤਰ ਕਰ ਦੇਣਾ ਹੈ। ਦੇਹੀ ਸ਼ੁੱਧ ਕਿਵੇਂ ਹੁੰਦੀ ਹੈ? ਜਦ ਮਨ ਸ਼ੁੱਧ ਹੁੰਦਾ। ਨਾਨਕ ਜਿਸ ਤੁਰ ਮਸਤਕ ਹੋਵੇ ਲਿਖਿਆ ਤਿਸ ਸਤਿਗੁਰ ਨਾਲ ਸਨੇਹਾ। ਆਹੀਗਾ ਰਿਕੁਆਇਰਮੈਂਟ ਆ ਹੈਗੀ ਭਾਈ, ਇਹ ਗੁਰੂ ਦੇ ਨਾਲ, ਇਹ ਗੁਰੂ ਦੀ ਮੱਤ ਦੇ ਨਾਲ, ਇਸ ਦੇ ਨਾਲ ਪਿਆਰ ਹੋਏ, ਸਨੇਹ ਹੋਏ, ਇਹਦਾ ਡਰ ਹੋਏ। ਨਾਨਕ ਜਿਸ ਤੁਰ ਮਸਤਕ ਹੋਵੇ ਲਿਖਿਆ ਤੇ ਸਤਿਗੁਰ ਨਾਲ ਸਨੇਹਾ। ਜਿਨ੍ਹਾਂ ਨੇ ਮੱਥੇ ਤੇ ਆ ਹੈਗਾ, ਜਿਹੜੇ ਜਿਹੜੀ ਉਹਨਾਂ ਦੀ ਇੱਛਾ ਹੈਗੀ ਭਾਈ, ਜਿਹੜੇ ਅੰਦਰ ਸੱਚਾਈ ਹੈ ਮਨ ਦੇ ਵਿੱਚ, ਤੇ ਉਹਨਾਂ ਦਾ ਗੁਰੂ ਦੇ ਨਾਲ ਪਿਆਰ ਪੈਦਾ ਹੋ ਜਾਂਦਾ ਹੈ। ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਹਿਰਦੈ ਵਸੇਹਾ। ਕਹਿੰਦੇ ਇਹ ਤਾਂ ਅੰਮ੍ਰਿਤ ਬਾਣੀ ਹੈ ਭਾਈ, ਇਹਨੇ ਅੰਮ੍ਰਿਤ ਲਭਾ ਦੇਣਾ। ਇਸ ਬਾਣੀ ਨੇ, ਇਹ ਬਾਣੀ ਜਿਹੜੀ ਹੈਗੀ ਅੰਮ੍ਰਿਤ ਲਭਾ ਦੇਗੀ। ਗੁਰੂ ਉੱਥੇ ਤੱਕ ਕਿ ਗੁਰੂ ਨੇ ਜਾਣਾ ਹੈ ਪਰਮਾਤਮਾ ਤੱਕ, ਅੰਮ੍ਰਿਤ ਦੇ ਬਾਅਦ ਮਾਲਕ ਪਰਮਾਤਮਾ ਦੇ ਨਾਲ ਮਿਲਾ ਕੇ, ਉੱਥੇ ਤੱਕ ਹੈ ਵਿਚੋਲਾ। ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਹਿਰਦੈ ਵਸੇਹਾ। ਆ ਬਾਣੀ ਕੀ ਹੈਗੀ? ਆ ਸਾਰੀ ਜਿਹੜੀ ਹੈਗੀ ਆ ਇਹ ਗੁਰੂ ਦੀ ਜਿਹੜੀ ਹੈਗੀ ਮੱਤ ਪੂਰੀ, ਔਰ ਜਿਹੜਾ ਹੈਗਾ ਐਕਸ਼ਨ, ਇਹ ਜਿਹੜਾ ਹੈਗਾ ਗਿਆਨ ਧਿਆਨ ਤੇ ਕਰਮ ਆਇਆ ਬਾਣੀ। ਗਿਆਨ ਧਿਆਨ ਤੇ ਕਰਮ, ਜਪ ਤਪ, ਇਹ ਸੰਜਮ, ਇਹ ਸਾਰਾ ਜਿਹੜਾ ਹੈਗਾ ਇਹਦੇ ਵਿੱਚ ਆ ਜਾਂਦਾ ਹੈ ਭਾਈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਆਹ ਚੀਜ਼ ਹੈਗੀ ਬਾਣੀ। ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਹਿਰਦੈ ਵਸੇਹਾ। ਉਹਦੇ ਹਿਰਦੇ 'ਚ ਵਸ ਜਾਏਗੀ ਭਾਈ, ਉਹ ਚੇਂਜ ਹੋ ਜਾਏਗਾ। ਹਿਰਦੇ 'ਚ ਵਸ ਗਈ ਕੀ ਆ? ਉਹ ਚੇਂਜ ਹੋ ਜਾਏਗਾ। ਉਹਨੂੰ ਲੈ ਲਿਆ, ਬਾਣੀ ਜੋ ਕਹਿ ਰਹੀ ਹੈ ਉਹਨੇ ਉਸ ਹਿਸਾਬ ਦੇ ਨਾਲ ਜਿਹੜਾ ਹੈਗਾ ਆਪਣੇ ਅੰਦਰ ਚੇਂਜ ਕਰੀ ਜਾ ਰਿਹਾ। ਆਵਣ ਜਾਣਾ ਤਿਸ ਕਾ ਕਟਿਏ ਸਦਾ ਸਦਾ ਸੁਖ ਹੋਹਾ। ਉਹਦਾ ਆਉਣਾ ਜਾਣਾ, ਉਹਦਾ ਜਨਮ ਮਰਨ ਦਾ ਗੇੜਾ ਕੱਟ ਜਾਏਗਾ ਭਾਈ, ਹਮੇਸ਼ਾ ਵਾਸਤੇ ਅਬਨਾਸੀ ਹੋ ਜਾਏਗਾ ਔਰ ਸੁਖੀ ਹੋ ਜਾਏਗਾ। ਪੌੜੀ ਜੋ ਤੁਧ ਪਾਣਾ ਜੰਤ ਸੋ ਤੁਧ ਬੁੱਝੀ। ਦੇਖ ਲਓ ਕੰਡੀਸ਼ਨ ਹੈਗੀ ਭਾਈ, ਜੋ ਤੁਧ ਪਾਣਾ ਜੰਤ ਸੋ ਤੁਧ ਬੁੱਝਈ। ਹੁਣ ਇੱਥੇ ਜਿਹੜਾ ਹੈਗਾ ਜੋ ਤੁਧ ਪਾਣਾ, ਬਈ ਪਰਮੇਸ਼ਰ ਨੂੰ ਜਿਹੜਾ ਪਾ ਗਿਆ ਜੰਤ। ਪਰਮੇਸ਼ਰ ਨੂੰ ਕਿਹੜਾ ਪਾ ਜਾਂਦਾ ਹੈ ਭਾਈ? ਪਰਮੇਸ਼ਰ ਦੇ ਤਾਂ ਸਾਰੇ ਹੀ ਜੰਤ ਹੈਗੇ। ਪਰਮੇਸ਼ਰ ਨੂੰ ਉਹ ਪਾ ਜਾਂਦਾ ਹੈ ਭਾਈ ਜਿਹੜਾ ਇਸ ਰਸਤੇ ਤੇ ਤੁਰਨ ਲੱਗ ਜਾਂਦਾ ਹੈ। ਜਿਹੜਾ ਅੰਦਰੋਂ ਜਿਹੜਾ ਹੈਗਾ ਇਸ ਰਸਤੇ ਤੇ ਤੁਰ ਪਿਆ, ਉਹ ਪਰਮੇਸ਼ਰ ਨੂੰ ਪਾ ਜਾਏਗਾ। ਜਿਹਨੇ ਗੁਰੂ ਦੀ ਗੱਲ ਮੰਨ ਲਈ, ਉਹ ਪਰਮੇਸ਼ਰ ਨੂੰ ਪਾ ਜਾਏਗਾ, ਗੁਰੂ ਨੂੰ ਪਾ ਜਾਏਗਾ। ਜੋ ਤੁਧ ਪਾਣਾ ਜੰਤ ਸੋ ਤੁਧ ਬੁੱਝੀ। ਉਹਨੇ ਬੁੱਝ ਲੈਣਾ ਹੈ ਮਾਲਕ ਪਰਮਾਤਮਾ ਨੂੰ। ਜੋ ਤੁਧ ਪਾਣਾ ਜੰਤ ਸੋ ਦਰਗਾਹ ਸਿਜਈ। ਉਹਨੂੰ ਦਰਗਾਹ ਪਤਾ ਲੱਗ ਜਾਣੀ, ਆਹ ਰਸਤਾ ਜਾਂਦਾ ਹੈ ਭਾਈ, ਅੰਦਰ ਦੀ ਮੇਰਾ ਰਸਤਾ ਜਾਂਦਾ ਹੈ ਆਤਮਾ ਨੂੰ, ਮਨ ਦੇ ਵਿੱਚੋਂ ਦੀ। ਜੋ ਤੁਧ ਪਾਣਾ ਜੰਤ ਸੋ ਦਰਗਾਹ ਸਿਜਈ। ਜਿਸਨੂੰ ਤੇਰੀ ਨਜ਼ਰ ਹਉਮੈ ਤਿਸ ਗਈ। ਆਇਆ ਨਜ਼ਰ ਪਾਈ, ਇਹਦੀ ਹਉਮੈ ਜਾਏਗੀ। ਜਿਹੜਾ ਇਸ ਤਰ੍ਹਾਂ ਜਿਹੜਾ ਗੁਰੂ ਦੀ ਮੱਤ ਲੈ ਕੇ ਔਰ ਉਹਨੂੰ ਆਪਣੇ ਤੇ ਘਟਾ ਕੇ ਉਹ ਹੀਰੇ ਮੋਤੀ ਚੁੱਕ ਕੇ ਔਰ ਆਪਣੇ ਆਪ ਨੂੰ ਸੁਧਾਰਦਾ ਜਾਏਗਾ। ਜਿਸਨੋਂ ਤੇਰੀ ਨਜ਼ਰ ਹਉਮੈ ਤਿਸ ਗਈ। ਜਿਸਨੋਂ ਤੂੰ ਸੰਤੁਸ਼ਟ ਕਲ ਮਲ ਤਿਸ ਖਈ।
ਇਸ ਤਰ੍ਹਾਂ ਮਾਲਕ ਪਰਮਾਤਮਾ ਸੰਤੁਸ਼ਟ ਹੋ ਜਾਂਦਾ ਹੈ ਭਾਈ। ਜਿਹੜਾ ਰਸਤੇ ਤੇ ਜਿਹੜਾ ਤੁਰ ਪੈਂਦਾ ਹੈ, ਭਗਤੀ ਕਰਨ ਲੱਗ ਪੈਂਦਾ ਹੈ, ਕਲਮਲ ਕਹਿੰਦੇ ਆ ਉਹਦੀ ਸਾਰੀ ਦੀ ਸਾਰੀ ਮੈਲ, ਕਲਮਲ ਪਾਪਾਂ ਦੀ ਮੈਲ ਤਿਸ ਖਹਿ ਜਾਂਦੀ ਹੈ ਭਾਈ, ਖਰਾ ਸੋਨਾ ਹੋ ਜਾਏਗਾ। ਜਿਸ ਕੈ ਸੁਆਮੀ ਵੱਲ ਨਿਰਭਉ ਸੋ ਭਈ ਆਇਆ, ਜਿਹੜਾ ਸੁਆਮੀ ਦੇ ਵੱਲ ਹੋ ਗਿਆ, ਸੁਆਮੀ ਉਹਦੇ ਵੱਲ ਹੋ ਗਿਆ ਭਾਈ। ਜਿਸ ਕੈ ਸੁਆਮੀ ਵੱਲ ਨਿਰਭਉ ਸੋ ਭਈ, ਉਹ ਨਿਰਭਉ ਹੋ ਜਾਏਗਾ, ਨਹੀਂ ਡਰੇਗਾ ਕਿਸੇ ਕੋਲੋਂ, ਕਿਉਂਕਿ ਸਾਰਾ ਤਾਂ ਮਾਲਕ ਪਰਮਾਤਮਾ ਹੈਗਾ। ਮਾਲਕ ਦੇ ਤਾਂ ਸਾਰੇ ਬਣਾਏ ਹੋਏ, ਮਾਲਕ ਨਾਲ ਹੈਗਾ, ਮਾਲਕ ਦੇ ਨਾਲ ਆ, ਤੇ ਉਹਨੂੰ ਕਾਹਦਾ ਡਰਿਆ ਭਾਈ। ਜਿਸਨੂੰ ਤੂੰ ਕਿਰਪਾਲ ਸੱਚਾ ਸੋ ਥੀ, ਜਿਹਨੂੰ ਤੂੰ ਕਿਰਪਾਲ ਹੋ ਗਿਆ ਉਹ ਤਾਂ ਸੱਚਾ ਹੋ ਗਿਆ ਭਾਈ, ਉਹ ਹੋ ਗਿਆ ਸੱਚਾ, ਕਿਉਂਕਿ ਸੱਚ ਦੇ ਨਾਲ, ਉਹ ਸੱਚ ਦੇ ਨਾਲ ਲੱਗ ਗਿਆ ਤੇ ਉਹਨੇ ਸੱਚਾ ਹੋ ਜਾਣਾ। ਜਿਸਨੂੰ ਤੇਰੀ ਮਾਇਆ ਨਾ ਪੋਹੇ ਅਗਨਈ, ਜਿਸਨੂੰ ਤੇਰੀ ਮਿਹਰ ਆ, ਤੇਰੀ ਮਾਇਆ ਹੋ ਗਈ। ਜਿਹੜਾ ਮਾਇਆ ਕੀ ਹੈਗੀ, ਜਿਹੜਾ ਭਗਤੀ ਕਰਨ ਲੱਗ ਪਿਆ ਭਾਈ, ਜਿਹੜਾ ਆਪਣੇ ਵਿਚਾਰ ਬੰਦ ਕਰਨ ਲੱਗ ਪਿਆ, ਜਿਹੜਾ ਮਾਇਆ ਪਰਪੁਰਸ਼ ਇਹਦੇ ਤੋਂ ਡਿਸਟੈਂਸ ਬਣਾਉਣ ਲੱਗ ਪਿਆ। ਜਿਸਨੂੰ ਤੇਰੀ ਮਾਇਆ ਨਾ ਪੋਹੇ ਅੱਗ ਨਹੀਂ, ਉਹਨੂੰ ਤ੍ਰਿਸ਼ਨਾ ਦੀ ਅੱਗ ਜਿਹੜੀ ਹੈਗੀ ਨਹੀਂ ਪਾਉਂਦੀ, ਕਿਉਂਕਿ ਤ੍ਰਿਸ਼ਨਾ ਦੀ ਅੱਗ ਵਿਚਾਰਾਂ ਦੇ ਥਰੂ ਆਉਣੀ ਹੈ, ਔਰ ਵਿਚਾਰ ਹੀ ਤਾਂ ਉਹ ਬੰਦ ਕਰ ਰਿਹਾ। ਤਿਸਨੂੰ ਸਦਾ ਦਿਆਲ, ਜਿਨੇ ਗੁਰ ਤੇ ਮਤ ਲਈ। ਦੇਖ ਲਓ ਭਾਈ, ਹਮੇਸ਼ਾ ਵਾਸਤੇ ਮਾਲਕ ਪਰਮਾਤਮਾ ਦਿਆਲ ਆ, ਜਿਨੇ ਆ ਗੁਰੂ ਦੀ ਮੱਤ, ਜਿਹੜੀ ਆਪਾਂ ਬੈਠੇ ਆ ਭਾਈ, ਗੁਰੂ ਦੀ ਮੱਤ, ਜਿਨੇ ਆ ਮੱਤ ਲੈ ਲਈ, ਆਪਣੀ ਮੱਤ ਰਿਪਲੇਸ ਕਰ ਦਿੱਤੀ। ਹਮੇਸ਼ਾ ਮਾਲਕ ਪਰਮਾਤਮਾ ਉਸ ਤੇ ਦਿਆਲ ਹੈਗਾ, ਹਮੇਸ਼ਾ ਮਾਲਕ ਪਰਮਾਤਮਾ ਉਸ ਤੇ ਦਿਆਲ ਹੈਗਾ। ਤਿਸਨੂੰ ਸਦਾ ਦਿਆਲ, ਹਮੇਸ਼ਾ, ਜਿਨੇ ਗੁਰ ਤੇ ਮੱਤ ਲਈ। ਹਾਂਜੀ ਵੀਰ ਜੀ। ਹਾਂਜੀ ਦੇਖੋ ਜੀ, ਪਹਿਲੀ ਲਾਈਨ ਦਾ ਉੱਤਰ ਜਿਹੜਾ ਹੈਗਾ ਉਹ ਖੀਲੀ ਲਾਈਨ 'ਚ ਦਿੱਤਾ ਜੀ, ਕਿ ਪ੍ਰਭੂ ਕਿਹਦੇ ਤੇ ਪਾਉਂਦਾ, ਕਿਹਨੂੰ ਖੁਸ਼ ਹੁੰਦਾ, ਕਿਹਨੂੰ ਪਾਏਗਾ ਜੀ। ਹਾਂ, ਕਿਹਦੇ ਤੇ ਖੁਸ਼ ਹੁੰਦਾ, ਜਾਂ ਪ੍ਰਭੂ ਕਿਹਦੇ ਤੇ ਪਾਏਗਾ, ਕਿਹਦੇ ਤੇ ਨਜ਼ਰ ਆ, ਕਿਹਦੇ ਤੇ ਸੰਤੁਸ਼ਟ ਆ, ਕਿਹਦੇ ਵਾਲਾ, ਕਿਹਦੇ ਤੇ ਕਰਵਾਲ, ਕਿਹਦੇ ਤੇ ਮਾਇਆ ਹੁੰਦੀ, ਇੱਕੋ ਹੀ ਚੀਜ਼ ਆ ਜੀ ਸਾਰੀ। ਬਿਲਕੁਲ ਇਹੀ ਕਿਹਦੇ ਤੇ ਹੁੰਦਾ ਜੀ, ਉਹ ਜਿਹੜਾ ਗੁਰੂ ਤੋਂ ਮੱਤ ਪਹਿਲਾਂ ਜਿਸਨੂੰ ਅਖੀਰ ਤੇ ਤਿਸਨੂੰ ਲਿਖਿਆ ਜੀ। ਹਾਂ, ਜਿਨ ਗੁਰ ਤੇ ਮੱਤ ਲਈ। ਬਿਲਕੁਲ, ਜਿਸ ਜੀਵ ਨੇ ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਲੈ ਲਈ, ਗੁਰੂ ਦੀ ਮੱਤ ਅਨੁਸਾਰ ਮਤਲਬ ਕੀਤਾ ਜੀ, ਆਪਦੀ ਮੱਤ ਬਿਲਕੁਲ ਛੱਡਤੀ ਕਿ ਮੈਨੂੰ ਤਾਂ ਕੁਛ ਆਉਂਦਾ ਹੀ ਨਹੀਂ ਆਇਆ ਜੀ। ਉਹਦੇ ਤੇ ਪ੍ਰਭੂ, ਉਸ ਜੀਵ ਨੂੰ, ਉਹ ਜੀਵ ਪ੍ਰਭੂ ਨੂੰ ਪਾਉਂਦਾ ਜੀ, ਉਹਦੇ ਤੇ ਕਿਰਪਾਲ ਹੁੰਦਾ, ਉਹਦੇ ਤੇ ਕਿਰਪਾ ਕਰਦਾ ਹੁੰਦਾ, ਉਹਦੇ ਤੇ ਦਿਆਲ, ਸਾਰੀਆਂ ਮਿਹਰਾਂ ਮਤਲਬ ਉਹਦੇ ਤੇ ਕਰਦਾ ਜੀ, ਜਿਸ ਨੇ ਆਪਦੀ ਮੱਤ ਛੱਡੀ। ਸੋ ਮੇਨ ਪੁਆਇੰਟ ਹੈ ਕਿ ਆਪਣੀ ਮੱਤ ਛੱਡਣੀ ਆ, ਗੁਰੂ ਦੀ ਮੱਤ ਲੈਣੀ ਆ। ਹਾਂ, ਆਪਦੀ ਮੱਤ ਛੱਡਣੀ ਆ, ਗੁਰੂ ਦੀ ਮੱਤ ਲੈਣੀ ਆ। ਗੁਰੂ ਦੀ ਮੱਤ ਲੈਣੀ ਪਿੱਛੇ ਤਾਂ ਹੀ ਆਊਗੀ, ਜੇ ਆਪਣੀ ਛੱਡਾਂਗੇ ਤੇ ਤਾਂ ਹੀ ਗੁਰੂ ਦੀ ਆਪਣੀ। ਹਾਂਜੀ, ਦੋਨੇ ਕੰਮ ਨਹੀਂ ਅਸੀਂ ਕਰ ਸਕਦੇ ਕਿ ਖਾਲੀ ਹੋਗੇ, ਜਗ੍ਹਾ ਖਾਲੀ ਹੋਏਗੀ ਤੇ ਗੁਰੂ ਦੀ ਮੱਤ ਤਾਂ ਆਏਗੀ। ਬਿਲਕੁਲ। ਦੇਖੋ ਜੀ, ਇਹ ਗੁਰੂ ਜੀ ਮਤਲਬ ਕਿੰਨੇ ਪਾਨੇ ਪਾਤਸ਼ਾਹ ਤਾਂ ਇੰਨੀ ਇਹਨਾਂ ਦੀ ਸਵਾਦਲੀ ਬਾਣੀ ਆ ਨਾ ਜੀ, ਮਤਲਬ ਸਿਰਾ ਲਾ ਦਿੰਦੇ ਆ ਜੀ। ਬਿਲਕੁਲ ਵੀਰ ਜੀ, ਬਹੁਤ ਵਧੀਆ। ਮਨ ਵੇਚੇ ਸਤਿਗੁਰ ਕੇ ਪਾਸ ਤੇ ਕਾਰਜ ਰਾਸ, ਬਿਲਕੁਲ ਜਿਹੜਾ ਹੈਗਾ ਵੇਚਣਾ ਪੈਂਦਾ। ਵੇਚਣਾ ਕਿਉਂ ਲਿਖਿਆ ਵੀਰ ਜੀ? ਵੇਚਣਾ ਇਸ ਕਰਕੇ ਲਿਖਿਆ ਕਿ ਜੇ ਕੋਈ ਗੁਰੂ ਦੀ ਮੱਤ ਤਾਂ ਹੀ ਮਿਲਣੀ ਆ। ਹਾਂਜੀ, ਮੈਂ ਖਰੀਦ ਲਾਲਾ ਗੋਲਾ, ਮੈਂ ਕਰਤੀ, ਮੁੜ ਕੇ ਨਹੀਂ ਲੈਣੀ। ਬਹੁਤ ਵਧੀਆ ਜੀ। ਮੈਂ ਖਰੀਦ ਲਾਲਾ ਗੋਲਾ, ਮਤਲਬ ਸਿਰਫ ਉਹਦਾ ਉਹ ਗੋਲਾ ਬਣ ਗਿਆ ਜੀ, ਨੌਕਰ ਬਣ ਗਿਆ। ਵੀ ਜੋ ਜਿਵੇਂ ਕਹੇਗਾ ਮੈਂ ਤਾਂ ਉਵੇਂ ਕਰਨਾ, ਮੇਰਾ ਆਪਦੀ ਕੋਈ ਮਰਜ਼ੀ ਹੈ ਹੀ ਨਹੀਂ। ਬਸ ਕਿਉਂਕਿ ਮੈਂ ਖਰੀਦ ਹੋ ਗਿਆ। ਬਿਲਕੁਲ ਜੀ। ਔਰ ਇਸੇ ਤਰ੍ਹਾਂ ਇਹ ਜਿਹੜੀ ਉਹ ਪ੍ਰੀ ਕੰਡੀਸ਼ਨ ਫੁੱਲਫਿਲ ਹੁੰਦੀ ਹੈ ਗੁਰੂ ਦੀ ਮੱਤ ਲੈ ਕੇ, ਜਿਹੜੇ ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵ ਹੈ ਤਿਸ ਦੇ, ਉਹ ਬਸ ਇਹੀ ਮੱਤ ਲਿਆਣੀ ਆਪਾਂ ਨਾ ਜੀ। ਬਿਲਕੁਲ। ਸਤਿਗੁਰ ਸਿੰਘ ਮੇਰੀ ਲੇਵਾ ਦੇਵੀ ਪਤੀਆਂ ਚ ਵਿਵਹਾਰਾ। ਇਹ ਚੀਜ਼ ਹੁੰਦੀ ਹੈ। ਲਓ ਜੀ, ਅੱਜ ਦਾ ਇੱਥੇ ਆਪਾਂ ਸੰਕੋਚਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਸਾਹਿਬ ਕਾ ਅੱਜ ਗੋਰਖੀ ਸਾਹਿਬ ਨੇ ਟਾਈਮ ਦਿੱਤਾ ਸੀਗਾ। ਹਾਂਜੀ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਹਾਂਜੀ ਕੀ ਕਰ ਰਹੇ ਸੀ? ਅੱਜ ਗੋਰਖੀ ਸਾਹਿਬ ਨੇ ਟਾਈਮ ਕਿਹਾ ਸੀਗਾ, ਕੱਲ ਨੂੰ ਅੱਜ ਦਾ ਟਾਈਮ ਰੱਖਿਆ ਸੀਗਾ। ਹਾਂ ਆਉਣਗੇ ਉਹ 10 ਵਜੇ 10:30 ਸਾਡੇ ਤੇ ਤੁਹਾਡੇ ਤੇ 8 ਵਜੇ ਪਤਾ ਨਹੀਂ ਕਿੰਨੇ ਵਜੇ। ਅੱਛਾ ਜੀ ਸ਼ਾਮ ਵਾਲੇ ਤੇ ਜੀ। ਹਾਂ 8 ਵਜੇ ਵਾਲੇ ਉਹ ਤਾਂ ਉਸੇ ਤੇ ਆਉਂਦੇ ਆ ਨਾ, ਉਹ ਉਹਨਾਂ ਦੇ ਨਾਲ ਗੋਸ਼ਟੀ ਉਹਦੇ 'ਚ ਹੀ ਹੁੰਦੀ ਹੈ। ਠੀਕ ਹੈ ਜੀ ਠੀਕ ਹੈ। ਹਾਂਜੀ ਹਾਂਜੀ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ